ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪੰਜਵਾ। ਸ਼ਲੋਕ। ਹਰ ਹਰ ਨਾਮ ਜਪੰਤਿਆ ਕਛ ਨ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ। ਸ਼ੰਤ। ਮਿਲੋ ਸੰਤਨ ਕੈ ਸੰਗ ਮੋਹ ਉਦਾਰ ਲਿਓ। ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ। ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ। ਕਦੋਂ ਨਾ ਧਾਵੋ ਸ਼ਰਨ ਪਾਵੋ ਕਰੁਣਾ ਮੈਂ ਪ੍ਰਭ ਕਰ ਮਇਆ। ਸਮਰਾਥ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨ ਹੋਏ। ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲਿਓ। ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲਿਓ। ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਛਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ। ਆਓ ਜੀ ਧੰਨਤਾ ਦੇ ਯੋਗ ਹੋ ਵਡਭਾਗੇ ਹੋ। ਗੁਰੂ ਸਾਹਿਬ ਨੇ ਮਿਹਰ ਕਿਰਪਾ ਦਇਆ ਕੀਤੀ ਹੈ। ਜੀਵਨ ਸਵਾਸ ਤੰਦਰੁਸਤੀਆਂ ਉਦੋਂ ਹੀ ਇਸ਼ਨਾਨ ਬਖਸ਼ੇ ਹਨ। ਆਓ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਵ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਲਈਏ। ਆਪਣੇ ਸਵਾਸਾਂ ਨੂੰ ਵੀ ਲੇਖੇ ਵਿੱਚ ਲਾ ਦਈਏ ਔਰ ਗੁਰੂ ਤੋਂ ਮਹਾਰਾਜ ਤੋਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਆਪਣੇ ਘਰ ਨੂੰ ਲੈ ਕੇ ਜਾਈਏ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਗੁਰੂ ਮਹਾਰਾਜ ਦੀ ਬਖਸ਼ਿਸ਼ ਬਹੁਤ ਵੱਡੀ ਹੈ। ਰੋਜ਼ ਅਸੀਂ ਸਰਵਣ ਕਰਦੇ ਹਾਂ। ਵੱਡਾ ਜੋ ਹੁੰਦਾ ਹੈ ਉਹਦੀ ਬਖਸ਼ਿਸ਼ ਵੱਡੀ ਹੁੰਦੀ ਹੈ। ਵੱਡਾ ਬਾਣੀ ਵਿੱਚ ਲਿਖਿਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਵੱਡੀ ਹੂੰ ਵੱਡਾ ਉਪਾਰ ਤੇਰਾ ਮਰਤਬਾ। ਵੱਡੇ ਵੱਡੇ ਵਿੱਚ ਵੀ ਫਰਕ ਹੁੰਦਾ। ਕਈ ਲੋਕ ਵੱਡੇ ਹੁੰਦੇ ਹਨ ਪਰ ਉਹਨਾਂ ਦਾ ਜਿਗਰਾ ਜਾਂ ਦਿਲ ਵੱਡਾ ਨਹੀਂ ਹੁੰਦਾ। ਕਈ ਵੱਡੇ ਨਹੀਂ ਹੁੰਦੇ ਸੰਸਾਰੀ ਤੌਰ 'ਤੇ ਪਰ ਉਹਨਾਂ ਦਾ ਜਿਗਰਾ ਦਿਲ ਬਹੁਤ ਵੱਡਾ ਹੁੰਦਾ। ਇਸ ਕਰਕੇ ਰੱਬ ਜਾਂ ਗੁਰੂਆਂ ਨੂੰ ਵੱਡਾ ਕਿਉਂ ਆਖਿਆ? ਕਿਉਂਕਿ ਗੁਰੂਆਂ ਦੀ ਸੋਚ ਬੜੀ ਵੱਡੀ ਹੈ। ਗੁਰੂਆਂ ਦਾ ਜਿਗਰਾ ਦਿਲ ਬਹੁਤ ਵੱਡਾ। ਉਹਨਾਂ ਦਾ ਦਿਲ ਬਹੁਤ ਵੱਡਾ, ਸਾਡੇ ਵਰਗਾ ਨਹੀਂ, ਬਹੁਤ ਛੋਟਾ, ਇੱਦਾਂ ਦਾ ਨਹੀਂ। ਉਹਨਾਂ ਦਾ ਦਿਲ ਜਾਂ ਉਹਨਾਂ ਦੀ ਸੋਚ ਬਹੁਤ ਵੱਡੀ ਹੈ। ਇਸ ਕਰਕੇ ਅਸੀਂ ਸਾਰੇ ਹੀ ਸੰਸਾਰੀ ਲੋਕ ਜਿਹੜੇ ਨੇ ਉਸ ਪਰਮਾਤਮਾ ਨੂੰ ਫਿਰ ਅਸੀਂ ਕਬੂਲ ਕਰਦੇ ਹਾਂ। ਉਹਦੀ ਬਹੁਤ ਜ਼ਿਆਦਾ ਵਡਿਆਈ ਕਰਦੇ ਹਾਂ। ਉਸ ਨੂੰ ਵੱਡਾ ਵੀ ਮੰਨਦੇ ਹਾਂ, ਉੱਚਾ ਵੀ ਮੰਨਦੇ ਹਾਂ। ਵੱਡਾ ਅਸੀਂ ਤਾਂ ਮੰਨਦੇ ਹਾਂ ਸਾਨੂੰ ਪਤਾ ਵੀ ਉਹ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕਰਦਾ। ਉਹ ਕਿਸੇ ਦੇ ਨਾਲ ਵੀ ਕੋਈ ਵੀ ਜ਼ਿਆਦਤੀ ਨਹੀਂ ਕਰਦਾ, ਜ਼ਬਰਦਸਤੀ ਨਹੀਂ ਕਰਦਾ। ਕਿਸੇ ਦੇ ਉੱਪਰ ਐਵੇਂ ਕੋਈ ਵੀ ਕਾਨੂੰਨ ਲਾਉਂਦਾ ਨਹੀਂ ਹੈ। ਉਹ ਸਭ ਨੂੰ ਇੱਕੋ ਹੀ ਨਜ਼ਰ ਦੇ ਨਾਲ, ਨਜ਼ਰੀਏ ਦੇ ਨਾਲ ਵੇਖਦਾ। ਸੋ ਇਸ ਕਰਕੇ ਗੁਰੂ ਪਾਤਸ਼ਾਹ ਸਾਨੂੰ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਜ਼ਰੂਰ ਦਿੰਦੇ ਨੇ, ਪਰ ਥੋੜ੍ਹਾ ਜਿਹਾ ਆਪਾਂ ਗੁਰੂ ਦੇ ਨਾਲ ਜੁੜਨਾ ਸ਼ੁਰੂ ਕਰ ਦਈਏ ਫਿਰ ਕਿਰਪਾ ਮਹਾਰਾਜ ਛੇਤੀ ਕਰ ਦਿੰਦੇ ਨੇ। ਆਓ ਗੁਰੂ ਸਾਹਿਬ ਜੀ ਮਿਹਰ ਕਰਨ। ਅੱਜ ਦਾ ਜੋ ਲੜੀਵਾਰ ਸ਼ਬਦ ਹੈ ਉਸ ਦੀਆਂ ਪੰਕਤੀਆਂ ਅਸੀਂ ਸਰਵਣ ਕਰ ਲਈਆਂ ਹਨ। ਆਓ ਭਾਵ ਅਰਥ ਸ਼ਬਦ ਜਾਂ ਪਦ ਅਰਥ ਆਪਾਂ ਕਰਦੇ ਹਾਂ
ਤੇ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਕੀ ਮਹਾਰਾਜ ਜੀ ਦੱਸ ਰਹੇ ਨੇ। ਆਸਾ ਮਹੱਲਾ ਪੰਜਵਾਂ। ਧੰਨ ਧੰਨ ਪੰਜਵੇਂ ਪਾਤਸ਼ਾਹ ਗੁਰੂ ਮਹਾਰਾਜ ਜੀ ਦਾ ਇਹ ਸ਼ਬਦ ਹੈ, ਸ਼ਲੋਕ ਹੈ। ਪੰਕਤੀ ਆਰੰਭ ਹੈ ਵੀ ਹਰ ਹਰ ਨਾਮ ਜਪੰਦਿਆਂ ਕਛ ਨਾ ਕਹੇ ਜਮ ਕਾਲ। ਜਮ ਦਾ ਮਤਲਬ ਕੇਵਲ ਜਮਦੂਤ ਨਹੀਂ ਹੈ, ਜਮ ਦਾ ਮਤਲਬ ਹੈ ਮੌਤ ਵੀ ਹੈ, ਜਮ ਦਾ ਮਤਲਬ ਪਰੇਸ਼ਾਨੀ ਵੀ ਹੈ, ਜਮ ਦਾ ਮਤਲਬ ਸੰਸਾਰ ਦੇ ਉਹ ਲੋਕ ਜਿਹੜੇ ਮੁਨਕਰ ਨੇ, ਮਨ ਦੇ ਪਿੱਛੇ ਲੱਗ ਕੇ ਤੁਰਦੇ ਨੇ, ਉਹ ਵੀ ਉਸ ਦਾ ਹੀ ਰੂਪ ਹੈ। ਜਾਂ ਦੁਨੀਆ ਦੇ ਵਿੱਚ ਜਿਹੜੇ ਰਸਤੇ ਤੋਂ ਭਟਕ ਚੁੱਕੇ ਨੇ, ਚੋਰੀਆਂ ਕਰਦੇ ਨੇ, ਡਕੈਤੀਆਂ ਕਰਦੇ ਨੇ, ਨਸ਼ੇ ਦੀ ਖਾਤਰ ਬੜਾ ਕੁਝ ਕਰਦੇ ਨੇ, ਉਹਨਾਂ ਦੀ ਗੱਲ ਹੈ। ਉਹਨਾਂ ਨੂੰ ਹਮੇਸ਼ਾ ਹੀ ਦੂਰ ਰਹਿਣਾ ਪੈਂਦਾ ਅਤੇ ਉਹਨਾਂ ਦੀ ਕੋਈ ਵੀ ਗੱਲ ਕਿਸੇ ਵੀ ਤਰੀਕੇ ਨਾਲ ਨਹੀਂ ਬਣਦੀ। ਸੋ ਇਸ ਲਈ ਸਾਨੂੰ ਵੱਡੇ ਨੂੰ ਸਮਝਣਾ ਆ ਜਾਏ, ਵੱਡੇ ਦੀ ਗੱਲ ਸਮਝ ਵਿੱਚ ਆ ਜਾਏ। ਅਤੇ ਗੁਰੂ ਸਾਹਿਬ ਜੀ ਸਾਨੂੰ ਇਸ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਕੀ ਗਿਆਨ ਬਖਸ਼ਿਸ਼ ਕਰ ਰਹੇ ਨੇ, ਮਹਾਰਾਜ ਤੋਂ ਜਾਣਦੇ ਹਾਂ। ਪੰਕਤੀ ਹੈ, ਹਰ ਹਰ ਨਾਮ ਜਪਾਉਂਦਿਆਂ ਕਛ ਨਾ ਕਹੇ ਜਮ ਕਾਲ ਪਈ। ਮਨੁੱਖ ਦੇ ਨੇੜੇ ਕਿਸੇ ਤਰ੍ਹਾਂ ਦਾ ਜਮ ਜਾਂ ਮੌਤ ਰੂਪੀ ਵੀ ਜਮ ਜਿਹੜਾ ਆ ਨਹੀਂ ਸਕਦਾ। ਨਾਲ ਨਾਰਾਇਣ ਮੇਰੇ ਜਮਦੂਤ ਨਾ ਆਵੇ ਨਿਰੇ। ਹੋਰ ਕਈ ਅਨੇਕਾਂ ਪ੍ਰਕਾਰ ਦੇ ਵਿੱਚ ਜਿਹੜੀ ਚੀਜ਼ ਸਾਨੂੰ ਸਤਾਉਂਦੀ ਹੈ, ਦੁੱਖ ਦਿੰਦੀ ਹੈ, ਉਹ ਜਮ ਰੂਪ ਹੈ। ਚਾਹੇ ਉਹ ਬਿਮਾਰੀ ਹੋਵੇ, ਚਾਹੇ ਉਹ ਕੋਈ ਰੋਗ ਹੋਵੇ, ਚਾਹੇ ਕੋਈ ਪਰਿਵਾਰ ਹੋਵੇ, ਚਾਹੇ ਕੋਈ ਸੰਸਾਰ ਹੋਵੇ, ਚਾਹੇ ਕੋਈ ਮਿੱਤਰ ਹੋਵੇ, ਚਾਹੇ ਕੋਈ ਗੁਆਂਢੀ ਹੋਵੇ, ਚਾਹੇ ਕੋਈ ਪਰਿਵਾਰ ਦੇ ਵਿੱਚ ਕਿੰਨਾ ਲਾਗੇ ਦੇ ਰਿਸ਼ਤੇ ਵਾਲਾ ਵੀ ਕਿਉਂ ਨਾ ਹੋਵੇ, ਜੋ ਸਾਨੂੰ ਦੁੱਖ ਦੇਵੇਗਾ ਜਾਂ ਪਰੇਸ਼ਾਨ ਕਰੇਗਾ, ਉਹਨੂੰ ਹੀ ਗੁਰਮਤਿ ਦੇ ਵਿੱਚ ਗੁਰਬਾਣੀ ਮੁਤਾਬਕ ਜਿਹੜਾ ਜਮ ਦੂਤ ਆਖਿਆ, ਜਮ ਕਾਲ ਆਖਿਆ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਉਹਨਾਂ ਨੂੰ ਕੋਈ ਆਤਮਕ ਮੌਤ ਨਹੀਂ ਦੇ ਸਕਦਾ। ਮੌਤ ਆਤਮਕ ਜਿਹੜੀ ਹੈ ਉਹਨੂੰ ਉਸ ਤਰੀਕੇ ਨਾਲ ਮਾਰ ਨਹੀਂ ਸਕਦਾ। ਗੁਰੂ ਸਾਹਿਬ ਜੀ ਉਚਾਰਨ ਕਰਦੇ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ। ਸੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਹੜਾ ਮਨੁੱਖ ਨੂੰ ਇੱਕ ਡਰ ਲੱਗਿਆ, ਸਹਿਮ ਲੱਗਿਆ, ਇਹ ਵੀ ਇੱਕ ਜਮ ਦੂਤ ਦਾ ਰੂਪ ਹੈ। ਸੋ ਇਹਨਾਂ ਸਾਰਿਆਂ ਤੋਂ ਅਸੀਂ ਛੁਟਕਾਰਾ ਕਿਵੇਂ ਪ੍ਰਾਪਤ ਕਰਨਾ, ਸਾਰਿਆਂ ਤੋਂ ਕਿਵੇਂ ਬਚਣਾ, ਤਾਂ ਜੋ ਇਹ ਸਾਡਾ ਕੋਈ ਨੁਕਸਾਨ ਨਾ ਕਰਨ ਜਾਂ ਸਾਡੀ ਜੀਵਨ ਦੀ ਬਾਜੀ ਹਰਾ ਨਾ ਦੇਣ। ਇਹਦੇ ਲਈ ਮਹਾਰਾਜ ਜੀ ਆਪਣੀ ਪੰਕਤੀ ਰਾਹੀਂ ਸਾਨੂੰ ਦੱਸ ਰਹੇ ਨੇ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਜਿਹੜਾ ਹਰੀ ਦਾ ਨਾਮ ਜਪਦਾ, ਮਹਾਰਾਜ ਜੀ ਕਹਿੰਦੇ ਉਹਦਾ ਤਨ ਮਨ ਨਿਹਾਲ ਹੋ ਜਾਂਦਾ, ਸ਼ਾਂਤ ਹੋ ਜਾਂਦਾ, ਅਤੇ ਉਹਨਾਂ ਨੂੰ ਆਖਰ ਵਿੱਚ ਪਰਮਾਤਮਾ ਮਿਲ ਹੀ ਪੈਂਦਾ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਕਿ ਜਿਹੜੇ ਭਜਨ ਬੰਦਗੀ ਕਰਦੇ ਨੇ, ਗੁਰੂ ਘਰ ਆਉਂਦੇ ਨੇ, ਗੁਰੂ ਦਾ ਸ਼ੁਕਰਾਨਾ ਕਰਦੇ ਨੇ, ਕਿ ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ ਹੈ। ਹਾਂ, ਮਿਲ ਜਾਂਦਾ, ਜ਼ਰੂਰ ਮਿਲੇਗਾ। ਭਰੋਸਾ ਸ਼ਰਧਾ ਹੋਣੀ ਚਾਹੀਦੀ ਹੈ, ਜ਼ਰੂਰ ਮਿਲੇਗਾ। ਜ਼ਰੂਰੀ ਨਹੀਂ ਮਹਾਰਾਜ ਜੀ ਕਹਿੰਦੇ ਦੂਰ ਜਾ ਕੇ ਕਿਸੇ ਦੇ ਕੋਲ ਖਾਸ ਰਹਿ ਕੇ ਇਸ ਤਰ੍ਹਾਂ ਕਿਰਪਾ ਜਾਂ ਮਿਹਰ ਹੁੰਦੀ ਹੈ, ਇੱਦਾਂ ਰੱਬ ਮਿਲਦਾ, ਇਸ ਤਰ੍ਹਾਂ ਨਹੀਂ। ਜੇ ਮਨੁੱਖ ਆਪਣੇ ਮਨ ਨੂੰ ਸਾਫ਼ ਰੱਖੇਗਾ, ਆਪਣੀ ਆਦਤਾਂ ਦੇ ਵਿੱਚ ਸੁਧਾਰ ਰੱਖੇਗਾ, ਆਪਣਾ ਜੀਵਨ ਗੁਰਮਤਿ ਅਨੁਸਾਰ ਬਤੀਤ ਕਰੇਗਾ, ਅਤੇ ਮਹਾਰਾਜ ਜੀ ਕਹਿੰਦੇ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਉਹ ਤਨ ਕਰਕੇ ਅਤੇ ਮਨ ਕਰਕੇ ਇੰਨੇ ਸ਼ਾਂਤ ਅਤੇ ਸੁਖੀ ਹੋ ਜਾਂਦੇ ਨੇ, ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ। ਵੈਸੇ ਸੁਖੀ ਸ਼ਾਂਤ ਦੀ ਨਿਸ਼ਾਨੀ ਇਹ ਹੈ ਵੀ ਇਹ ਬੰਦੇ 'ਤੇ ਮਹਾਰਾਜ ਦੀ ਮਿਹਰ ਕਿਰਪਾ ਹੈ, ਇਹ ਪਰਮਾਤਮਾ ਨੂੰ ਮਿਲਿਆ ਹੋਇਆ ਹੈ। ਸੋ ਮਹਾਰਾਜ ਜੀ ਕਹਿੰਦੇ ਉਸ ਨੂੰ ਹਰ ਵੇਲੇ ਅੰਤ ਵੇਲੇ ਜਿੱਥੇ ਉਹ ਚਾਹੇਗਾ, ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਉਸ 'ਤੇ ਜ਼ਰੂਰ ਮਿਹਰ ਕਿਰਪਾ ਦਇਆ ਕਰਨਗੇ, ਅਤੇ ਸਾਡਾ ਜੀਵਨ ਜਿਹੜਾ ਹੈ ਉਹ ਗੁਰਮਤਿ ਵਾਲਾ ਬਣਾ ਕੇ ਵੱਡੇ ਦੇ ਨਾਲ ਜੋੜ ਦੇਣਗੇ, ਅਤੇ ਵੱਡੇ ਦੀ ਬਖਸ਼ਿਸ਼ ਦੇ ਪਾਤਰ ਸਤਿਗੁਰੂ ਜੀ ਹੀ ਮਿਹਰ ਕਿਰਪਾ ਕਰਕੇ ਬਣਾ ਦੇਣਗੇ। ਅਗਲੀ ਪੰਕਤੀ, ਸ਼ੰਤ
मिलो संतन कै संग मोहे उधार लिहो। गुरु साहब जी पंजवें पातशाह फरमान करते हैं भी रब दे प्यारे सज्जनां नूं मिलो, साधु संतां फकीरां नूं जिहड़े कल भी आपां बेनती कीती सी, जिहड़े रब नाल जोड़न वाले ने उन्हां नूं जरूर मिलो। मिलो संतन कै संग मोहे उधार लिहो। सो मैनू जां जिसनों संगत मिल जाएगी, साधुआं दी गुरमुखां दी संगत मिल जाएगी, तो उहदे जीवन दे विच कोई भी दुख जिहड़ा नहीं रह सकदा, तो उसका जीवन जिहड़ा इस संसार ते तर जांदा है। मिलो संतन कै संग मोहे उधार लिहो। मैनू बचाई रखी, मैं तेरे भगतां नूं तेरे प्यारिਆਂ ਨੂੰ मिलदा रहा, ਤਾਂ जो मेरा पार उतारा हो सके। मैनू उन्हां दी संगत विच टका के रख, ਤਾਂ जो मैं भी तर जावांगा जां तर सकदा। मिलो संतन कै संग मोहे उधार लिहो, बिनो करो कर जोड़ हर हर नाम देहो। सो मैं वार वार यही बेनती करदा, यही हथ जोड़ के अरदास करदा, बिनो करो कर जोड़। मैं दोवें हथ जोड़ के बेनती करदा पिया, अरदास करदा पिया भी मैनू हर हर नाम देहो। मैनू अजे तक नाम की समझ नहीं सी आई, मैनू अजे तक सच की परिभाषा का नहीं सी पता, मैनू नहीं पता सी, मैनू दुनिया के होर चीज़ां रिश्तियां का भी नहीं पता सी। पर गुरु साहब जी फरमान करते हैं, जदों उहदे अगे अरदास की उसने अपना नाम दिता, तो इसनूं फिर दोने हाथ जोड़न के बदले इस दियां झोलियां भर गईयां। गुरु साहब जी कहते बड़ा ही कुछ इसनूं मिल गया जां मिल जाना। जिन्हों मिल गया मुबारक है, जिन्हों नहीं मिलया उन्होंने महाराज कहते मिल जाना है। रुख उड़ी कर, रुख उड़ी कर, मिल जाना है, मिल जाना है। नाम मांगो चरण लागो, मान त्यागो तुम दया। सो महाराज तुम पातशाह जी कहते हैं वो नाम ही मंगना चाहिए, तां जो परमात्मा साढ़े ते दया कर सके। मैं उसका नाम मंगा, मैं उसकी बख्शिश मंगा, मैं उस तो भरोसा कृपा मंगा। हाँ गुरु साहब जी कहते मंग जरूर मंगना चाहिए। फिर महाराज जी देख के जिस तरह कोई काबल हुंदा उस तरह की ही बख्शिश जिहड़ी है वो कर देंदे ने। साडे जीवन विच इस प्रकार सुधार लियाउंदे ने जां सानू सुधार दिंदे ने। बहुत ही प्यारियां पंक्तियां गुरु अर्जन देव महाराज जी दियां सानू मिल रही ने। अगली पंक्ति कहते समर्थ अगत अपार निर्मल सुनो स्वामी बिनो होए ए। हे ताकतां दे मालक, समर्थ का मतलब होंदा भी बड़ी पावर वाला, बड़ी वड्डी ताकत वाला। हे समर्थ अकथ मतलब बेअंत, अकथ का मतलब बेअंत। निर्मल, निर्मल का मतलब जिहड़ा बिल्कुल पवित्र स्वरूप है, जिन्हों कोई भी किसी किस्म की मैल नहीं चढ़ती, मैल नहीं लगती। उस प्रभु नूं मेरी अरदास है। समर्थ अगत अपार निर्मल सुनो स्वामी बिनोए। मेरी एक अरदास है, प्रभ पास जन की अरदास तू सच्चा साईं। मेरी कोई अरदास है। दुनिया देखो सत्संग जी सारी दुनिया ही अरदासां करती है। चलो नास्तिक नहीं करते होणगे, पर जिहड़े थोड़ा बहुता भी परमात्मा ते राम ते अल्लाह ते वाहिगुरु ते प्रभु ते भगवान ते विश्वास रखते हैं, वो बिल्कुल बिल्कुल उसकी बख्शिश उसकी मेहर दे पात्र बनते हैं। तो उन्हां ते मेहर भी होंदी है। तो सारे चाहते हैं भी असी अरदास करिए तो साडा भला हो। शब्द की पंक्ति है,
ਸਮਰੱਥ ਅਗਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ। ਇਹ ਬਿਨੋ ਦਾ ਮਤਲਬ ਮੇਰੀ ਅਰਦਾਸ ਸੁਣੋ, ਮੇਰੀ ਅਰਦਾਸ ਸੁਣੋ। ਸੋ ਅਰਦਾਸ ਜਿਹੜੀ ਹੈ ਉਸ ਦੀ ਵੀ ਬਾਣੀ ਦੇ ਵਿੱਚ ਮਰਿਆਦਾ ਲਿਖੀ ਹੈ ਵੀ ਅਰਦਾਸ ਜਿਹੜੀ ਹੈ ਉਹ ਕਿਸ ਤਰ੍ਹਾਂ ਆਪਣੇ ਗੁਰੂ ਦੇ ਅੱਗੇ ਕਰਨੀ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਜਿਸ ਵਿਚਾਰੇ ਦਾ ਸਰੀਰ ਠੀਕ ਨਹੀਂ ਹੈ ਉਹਦੀ ਆਪਣੀ ਮਰਜ਼ੀ ਹੈ, ਕੋਈ ਗੱਲ ਨਹੀਂ, ਉਹ ਬੈਠ ਨਹੀਂ ਸਕਦਾ, ਖਲੋ ਨਹੀਂ ਸਕਦਾ, ਉਹ ਜਿਵੇਂ ਮਰਜ਼ੀ ਅਰਦਾਸ ਕਰ ਸਕਦਾ। ਪਰ ਜਿਨ੍ਹਾਂ ਦੇ ਅੰਗ ਨੈਣ ਪ੍ਰੈਣ ਕਾਇਮ ਨੇ, ਜਿਹੜੇ ਬਿਲਕੁਲ ਸਹੀ ਨੇ, ਸੋ ਮਹਾਰਾਜ ਜੀ ਕਹਿੰਦੇ ਉਹ ਆਪਣੇ ਮਾਲਕ ਦੇ ਚਰਨਾਂ ਦੇ ਵਿੱਚ ਦੋਨੇ ਹੱਥ ਜੋੜ ਕੇ ਬਿਲਕੁਲ ਸਾਵਧਾਨ ਹੋ ਕੇ ਬੜੀ ਨਿਮਰਤਾ ਦੇ ਨਾਲ ਅਰਦਾਸ ਕਰਨ, ਬੜੇ ਪਿਆਰ ਦੇ ਨਾਲ ਅਰਦਾਸ ਕਰਨ। ਸੋ ਆਓ ਆਪਾਂ ਥੋੜ੍ਹੀ ਜਿਹੀ ਅਰਦਾਸ ਦੇ ਉੱਪਰ ਵਿਚਾਰ ਕਰਦੇ ਹਾਂ, ਤਾਂ ਜੋ ਸਾਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਏ ਵੀ ਮਹਾਰਾਜ ਸਾਡੀ ਅਰਦਾਸ ਕਿਸ ਤਰੀਕੇ ਨਾਲ ਕਬੂਲ ਕਰਦੇ ਨੇ। ਦੇਖੋ ਜਦੋਂ ਅਸੀਂ ਮਹਾਰਾਜ ਨੂੰ ਆ ਕੇ ਨਮਸਕਾਰ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ। ਅਰਦਾਸ ਕਰਨ ਦਾ ਵੀ ਢੰਗ ਹੈ, ਖਲੋਣ ਦਾ ਵੀ ਢੰਗ ਹੈ, ਬੈਠਣ ਦਾ ਵੀ ਢੰਗ ਹੈ। ਮੈਂ ਪਹਿਲਾਂ ਹੀ ਬੇਨਤੀ ਕਰ ਦਿੰਦਾ, ਜਿਹੜਾ ਸਰੀਰ ਕਰਕੇ ਠੀਕ ਨਹੀਂ ਹੈ ਉਹ ਜਿਸ ਤਰ੍ਹਾਂ ਮਰਜ਼ੀ ਖੜ੍ਹ ਜੇ, ਜਿਵੇਂ ਮਰਜ਼ੀ ਬਹਿ ਜੇ, ਕੋਈ ਗੱਲ ਨਹੀਂ। ਕਿਸੇ ਕੋਲ ਚੌਂਕੜੀ ਨਹੀਂ ਵੱਜਦੀ, ਉਹ ਲੱਤ ਆਪਣੀ ਟੇਢ ਵੀ ਕਰ ਸਕਦਾ, ਕੋਈ ਗੱਲ। ਜਿਹੜਾ ਬਹਿ ਸਕਦਾ ਉਹਨੂੰ ਬਹਿਣਾ ਚਾਹੀਦਾ, ਜਿਹੜਾ ਖਲੋ ਕੇ ਅਰਦਾਸ ਕਰ ਸਕਦਾ ਉਹਨੂੰ ਖਲੋ ਕੇ ਕਰਨੀ ਚਾਹੀਦੀ ਹੈ, ਜੋ ਨਹੀਂ ਖੜ੍ਹ ਸਕਦਾ ਉਹਨੂੰ ਬੈਠ ਕੇ ਕਰਨੀ ਚਾਹੀਦੀ ਹੈ। ਦੋਨੇ ਹੱਥ ਵੀ ਜੋੜਨੇ ਨੇ ਅਤੇ ਦੋਵੇਂ ਜਿਹੜੇ ਪੈਰ ਵੀ ਜੋੜਨੇ ਨੇ। ਇਹ ਨਹੀਂ ਪੈਰਾਂ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਜਿਹੜਾ ਉਹ ਗੈਪ ਪਾ ਕੇ ਉਸ ਤਰ੍ਹਾਂ ਖਲੋਈਏ, ਉਹ ਇੱਕ ਹੰਕਾਰ ਦੀ ਨਿਸ਼ਾਨੀ ਹੈ, ਗੁਰਮਰਿਆਦਾ ਅਨੁਸਾਰ ਨਹੀਂ। ਇੱਕ ਨਿਮਰਤਾ ਦੇ ਨਾਲ, ਇੱਕ ਨਿਭ ਕੇ, ਇਹ ਨਹੀਂ ਵੀ ਜਿਹੜੀ ਗਰਦਨ ਜਿਹੜੀ ਹੈ ਉਹ ਤਾਂ ਨੂੰ ਛੱਤ ਵੱਲੋਂ ਕਰੇ, ਇਸ ਤਰ੍ਹਾਂ ਵੀ ਨਹੀਂ। ਬੜੇ ਥੱਲੇ ਨੂੰ ਨਿਮਰਤਾ, ਜਿਵੇਂ ਝੁਕ ਕੇ, ਜਿਵੇਂ ਕੋਈ ਰਾਜੇ ਮਹਾਰਾਜੇ ਅੱਗੇ ਖੜ੍ਹਦਾ ਨਾ ਝੁਕ ਕੇ, ਇਸ ਤਰ੍ਹਾਂ ਥੋੜ੍ਹਾ ਜਿਹਾ ਆਪਣੀ ਗਰਦਨ ਨੂੰ ਵੀ ਥੋੜ੍ਹੀ ਜਿਹੀ ਨੀਵਾਂ ਕਰਕੇ, ਆਪਣੇ ਪੈਰਾਂ ਨੂੰ ਵੀ ਜੋੜ ਕੇ, ਹੱਥਾਂ ਨੂੰ ਵੀ ਜੋੜ ਕੇ, ਆਪਣੇ ਮਨ ਨੂੰ ਇਕਾਗਰ ਕਰਕੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿਣਾ ਵੀ ਮਹਾਰਾਜ ਹਾਜ਼ਰ ਨਾਜ਼ਰ ਨੇ। ਇਹ ਮਨ ਵਿੱਚ ਪੱਕਾ ਰੱਖਣਾ ਕਿ ਜੋ ਮੈਂ ਬੋਲ ਰਿਹਾ ਮਹਾਰਾਜ ਜੀ ਸੁਣ ਰਹੇ ਨੇ। ਇਹ ਮਨ ਵਿੱਚ ਪੱਕਾ ਰੱਖਣਾ, ਅਤੇ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ, ਇਹਦੇ ਵਿੱਚ ਕੋਈ ਝੂਠ ਵੀ ਨਹੀਂ ਵੀ ਸਾਡੀ ਜਿਹੜੀ ਕੀਤੀ ਬੇਨਤੀ ਮਹਾਰਾਜ ਨਾ ਸੁਣਦੇ ਹੋਣ। ਮਹਾਰਾਜ ਜੀ ਕਹਿੰਦੇ ਦੁਨੀਆ 'ਤੇ ਬੋਲੀ ਬਹਿਰੀ ਹੋ ਸਕਦੀ ਹੈ, ਪਰ ਭਗਤ ਕਬੀਰ ਜੀ ਕਹਿੰਦੇ ਸਾਈਂ ਨਾ ਬਹਿਰਾ ਹੋਏ। ਤੇਰਾ ਸਾਈਂ ਬਹਿਰਾ ਨਹੀਂ ਹੈ, ਭਾਵੇਂ ਮੂੰਹ ਦੇ ਵਿੱਚੋਂ ਬੋਲੋ ਚਾਹੇ ਨਾ ਬੋਲੋ, ਅਰਦਾਸ ਉਹਨੇ ਸੁਣਨੀ ਹੈ। ਕੀ ਬੋਲ ਕੇ ਕਰਦੇ ਨੇ? ਸਾਨੂੰ ਬੋਲ ਕੇ ਬਹੁਤੀ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਬੋਲਣਾ ਉਸਨੇ ਹੀ ਹੁੰਦਾ। ਜਿਵੇਂ ਆਪਾਂ ਗ੍ਰੰਥੀ ਸਾਹਿਬ ਹੁੰਦੇ ਨੇ, ਉਹਦੀ ਡਿਊਟੀ ਹੈ, ਉਹਨੇ ਬੋਲਣੀ ਹੈ, ਉਹਨੇ ਬੋਲਣਾ ਹੀ ਬੋਲਣਾ, ਉਹਨੇ ਬੋਲ ਕੇ ਕਰਨੀ। ਇਹ ਨਹੀਂ ਵੀ ਬਾਕੀ ਵੀ ਉਹਦੇ ਨਾਲ ਬੋਲੀ ਜਾਓ, ਨਹੀਂ, ਬਾਕੀ ਚੁੱਪ ਕਰਕੇ ਉਸ ਨੂੰ ਸੁਣੋ। ਇੱਕ ਬੋਲਦਾ ਹੁੰਦਾ, ਬਾਕੀਆਂ ਨੇ ਸੁਣਨੀ ਹੁੰਦੀ ਹੈ। ਜਦੋਂ ਕੋਈ ਵੀ ਕੀਰਤਨ ਕਰਦਾ, ਪਾਠ ਕਰਦਾ ਹੁੰਦਾ, ਵੈਸੇ ਉਹਨੂੰ ਸੁਣੀਦਾ। ਆਮ ਕਰਕੇ ਸਾਨੂੰ ਪਤਾ ਨਹੀਂ, ਅਸੀਂ ਨਾਲ ਨਾਲ ਨਾ ਕਈ ਵਾਰ ਬੋਲੀ ਵੀ ਜਾਂਦੇ ਹਾਂ। ਹੁਕਮਨਾਮਾ ਕਈ ਵਾਰ ਲੈਂਦੇ ਹਾਂ ਨਾ, ਮੈਂ ਪੜ੍ਹਦਾ ਹੁਣ ਨਾ ਵੀ ਤੁਮ ਕਰੋ ਦਿਆ ਮੇਰੇ ਸਾਈਂ, ਉਹ ਸੱਜੇ ਖੱਬੇ ਬੈਠਾ ਕਹਿੰਦਾ ਐਸੀ ਮੱਤ ਦੀਜੀਏ ਮੇਰੇ ਠਾਕੁਰ, ਪਹਿਲਾਂ ਹੀ ਬੋਲ ਦਿੰਦਾ ਵੀ ਤੈਨੂੰ ਕੋਈ ਮਹਾਰਾਜ ਜੀ ਨੇ ਬੋਲਣ ਨੂੰ ਕਿਹਾ ਨਹੀਂ, ਸੁਣਨ ਨੂੰ ਕਿਹਾ। ਇਹ ਮਰਿਆਦਾ ਹੈ। ਇਹਦਾ ਮਤਲਬ ਮਹਾਰਾਜ ਹੁਕਮ ਕਰਦੇ ਪਏ ਨੇ ਅਤੇ ਅਸੀਂ ਪਹਿਲਾਂ ਹੀ ਬੋਲ ਦਿੰਦੇ ਹਾਂ ਲਾਈਨ ਵੀ ਜੇ ਸਾਨੂੰ ਆਉਂਦਾ ਹੈ, ਬੜੀ ਵਧੀਆ ਗੱਲ ਹੈ। ਪਰ ਜਦੋਂ ਕੋਈ ਵੀ ਕੀਰਤਨੀਆ ਜਾਂ ਕੋਈ ਪਾਠੀ ਜਾਂ ਕੋਈ ਰਾਗੀ ਜਾਂ ਕੋਈ ਕਥਾਵਾਚਕ ਬੋਲਦਾ ਹੋਵੇ, ਅਤੇ ਇਹ ਨਹੀਂ ਵੀ ਉਹ ਬੋਲੇ ਅਤੇ ਪਹਿਲਾਂ ਹੀ ਬੋਲ ਦਿਓ, ਜਾਂ ਆਪਣਾ ਪ੍ਰਭਾਵ ਪਾਉਣ ਵਾਸਤੇ, ਜਾਂ ਵੀ ਮੈਨੂੰ ਆਉਂਦਾ। ਬਹੁਤ ਚੰਗੀ ਗੱਲ ਹੈ, ਬਾਣੀ ਪੜ੍ਹਨੀ ਚੰਗੀ ਗੱਲ। ਹਾਂ, ਕੁਝ ਪੰਕਤੀਆਂ ਹੁੰਦੀਆਂ ਨੇ ਜਿਹਦੇ ਵਿੱਚ ਅਸੀਂ ਬੋਲ ਸਕਦੇ ਹਾਂ, ਜਿਵੇਂ ਅਸੀਂ ਦੋਹਰਾ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ, ਉੱਥੇ ਬੋਲਣਾ। ਜਾਂ ਅਸੀਂ ਸ਼ਬਦ ਪੜ੍ਹਦੇ ਹਾਂ, ਭੋਗ ਦਾ ਕੋਈ ਸ਼ਲੋਕ ਹੁੰਦਾ, ਤੇਰਾ ਕੀਤਾ ਜਾਤੋ ਨਾਹੀ, ਉਹਦੇ ਵਿੱਚ ਵੀ ਜਦੋਂ ਇਕੱਠੇ ਬੋਲਣ ਦਾ ਸਮਾਂ ਆਵੇ ਉਦੋਂ। ਅਤੇ ਇਸ ਤਰ੍ਹਾਂ ਜਿਹੜਾ ਹੈ, ਕਿਉਂਕਿ ਮੈਂ ਤੁਹਾਨੂੰ ਤਾਂ ਇਹ ਦੱਸ ਰਿਹਾ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਤਰ੍ਹਾਂ ਵਿੱਚ ਸੰਗਤਾਂ ਕੁਝ ਕਈ ਵਾਰ ਬੋਲ ਦਿੰਦੀਆਂ ਅਤੇ ਉੱਥੇ ਸੇਵਾਦਾਰ ਉਹਨਾਂ ਨੂੰ ਰੋਕ ਦਿੰਦੇ ਨੇ। ਕਈ ਵਾਰ ਗ੍ਰੰਥੀ ਸਾਹਿਬ ਵੀ ਉਹਨਾਂ ਨੇ ਵੀ ਇਸ਼ਾਰਾ ਕੀਤਾ ਕਈ ਵਾਰ। ਇਸ ਕਰਕੇ ਤੁਸੀਂ ਇਹ ਦਰਬਾਰ ਸਾਹਿਬ ਕਿਤੇ ਰਹਿਰਾਸ ਸਾਹਿਬ ਸੁਣਨੀ, ਇੱਕ ਵੀ ਅੱਖਰ ਜਿਹੜੀ ਸੰਗਤ ਬੈਠੀ ਅੱਗੇ ਨਹੀਂ ਬੋਲਦੀ, ਨਾ ਹੁਕਮਨਾਮੇ ਦੇ ਵਿੱਚ ਅੱਗੇ ਬੋਲਦੀ ਹੈ ਅਤੇ ਨਾ ਕਿਸੇ ਹੋਰ ਚੀਜ਼ ਵਿੱਚ ਬੋਲਦੀ ਹੈ। ਉਹ ਚੁੱਪ ਕਰਕੇ ਸੁਣਦੇ ਨੇ। ਇਹ ਮੈਂ ਤੁਹਾਨੂੰ ਤਾਂ ਕਹਿ ਰਿਹਾ, ਇਹ ਮੈਂ ਵੀ ਚੀਜ਼ ਖੁਦ ਵੀ ਕੀਤੀ ਹੈ, ਮੈਨੂੰ ਵੀ ਕਿਸੇ ਨੇ ਟੋਕਿਆ, ਮੈਨੂੰ ਵੀ ਨਹੀਂ ਪਤਾ ਸੀ। ਸ਼੍ਰੀ ਦਰਬਾਰ ਸਾਹਿਬ
उत्थे मैनूं भी टोकिया किसी भी इदां नहीं, सानूं शब्द याद ने, मैनूं भी याद होणगे, तुहानूं भी याद होणगे, पर जदों कोई सामने कोई बैठा बोल रहा हुंदा है, चाहे कोई हुक्मनामा लैन रहा हुंदा है, चाहे कि उहदे पिछे चौर फड़ के खड़ा, चाहे कोई संगत विच चौंकड़ा मार के बैठा, उन्हें उहदे तो पहलां बोलना नहीं। ये बिल्कुल मर्यादा अनुसार है। कई बार उसनूं भुलेखा लग जाता है, कई बार उन्होंने भुल भी सकती पंक्ति। हुण कई कंठ जी नहीं होंदी, जिवें जिवें सानूं कंठ है बाणी, असीं मूँह जवानी कंठ रहरा साहब करते हैं। हुण जे कोई नाल बोली जाए तो उसनूं भुलेखा लग सकता है, अगे पिछे बंदा हो सकता है, वो एकाग्रता खराब हो सकती। इस करके ये बड़ी जरूरी बेनती है, सारे नोट करो। जदों भी कोई पाठ करता होवे उस तों पहलां आपां बोलना नहीं। सो जदों जे किसी नूं बोलण दा शौक है तो वह वखरे तौर पर बोल सकता है। सो आओ गुरु साहब जी सानूं जो दस रहे हैं, मैं वही बेनती कर रहा। अरदास की बेनती कर रहे हैं, जो आखिरी पंक्ति चल रही है। समर्थ अगत अपार निर्मल सुनो स्वामी बिनो एहो, मेरी अरदास सुनो। सो महाराज जी फिर सानू दसदे ने भी भाई मेरे पुत धी तू अरदास करन दा ना तरीका सिख लै, अरदास करन दा ढंग सिख लै। मैं जो पहला थोड़ा तुहानू दस ही चुका भी जरूरी नहीं भी किस तरह आपां खलो के जां किस तरह करिए। जिहड़े बिल्कुल तंदरुस्त ने वो पूरी मर्यादा नाल खड़न, पूरी मर्यादा नाल बैठन। जिन्हां दा शरीर नहीं ठीक, गोडे नहीं ठीक, हो कोई गल नहीं, उन्होंने माफ़ है, कोई गल नहीं। तो वो जे किसी पीढ़ी ते भी बह जाते हैं, कोई गल नहीं, ऐसी कोई गल नहीं। शरीर इजाजत नहीं देंदा, वो वखरी गल है। सो यही अरदास करनी, महाराज सानू तंदरुस्तियां दिओ, साडे शरीर नूं सही रखो। असीं क्यों किते फट्टियां कुर्सियां ते क्यों बैठीए, सानू मेहर ही कर दिओ। आपां तेरी गोद विच बैठांगे। वैसे गोद ते जरूरी नहीं भी ये नीवां बैठना गोद होंदी है, डर नाल बहना, भै नाल बहना, इनू गोद कहंदे ने। महाराज का सत्कार बरकरार रखना इनू गोद कहते हैं, ठीक है। जे कोई हुण कोई अपनी पीढ़ी ते पीढ़ी दे बैठा, चेयर ते बैठा कोई अपंग बंदा, वो बेचारा बड़े ध्यान दे नाल सुनदा, बड़ी एकाग्रता नाल सुनदा। एक चौंकड़ा मार के बैठा और रौला ही पाई जाता, सज्जे खब्बे गल्लां ही करी जाता। तो फिर किहड़ा महाराज नूं चंगा लगदा, किहदी हाज़री लगदी है? जिहड़ा रौला पाउंदा, गल्लां करदा, किसी पीढ़ी ते बैठा, कुर्सी ते बैठा सामने, कि जिहड़ा चौंकड़ा मार के बैठा गल्लां करी जाता है, वो चंगा लगता है। महाराज तो ये देखते हैं, वो नहीं देखते भी ये बैठा किद्दां है, इहदा शरीर किवें दा। जिवें अष्टावक्र दे आपां उदाहरण लैने हुंदे ना, प्रमाण साखी बड़ी बात सुनी है अनेकां वारी। वो ये नहीं चीज़ां देखदा, उसदे भाव देखदा, प्रेम देखदा, अंदरली भावना वेखदा भी इहदी अंदरली भावना किवें दी है। किसी ने किवें दा कोई वस्त्र पाया, किवें दा कोई परना बन्निया, किद्दां दी कोई पग बनी, उन्होंने कोई मतलब नहीं। किसी ने किवें दा कोई कपड़ा लीड़ा पाया, महंगा पाया, सस्ता पाया, परमात्मा नूं इहदे नाल कोई मतलब नहीं। कोई साइकिल ते जांदा, कोई गड्डी ते जांदा, परमात्मा नूं इहदे नाल कोई मतलब नहीं। सो महाराज जी कहते भी तू ये आके अरदास करनी है, हाँ आया दूरों चल के मैं तकी तो सरनाए दियो, मैं आसां रखी चित में मेरा सबो दुख गवाए दियो। तो ये महाराज अगे अरदास करनी, मैं महाराज घूम घूम के आया, फिरद प्रभ आया परिया तो सरनाए, नानक की प्रभ बेनती अपनी भगती लाए। मैं बहुत जगह घूम के देखिया, मेरी गल नहीं बनी। मैं हुण तेरे दर ते आया हाँ, मैं होर थाओ नहीं, मैनू कोई होर थां नहीं है, जिस पै करो बेनंती, मेरा दुख सुख तुझ ही पास। सो मैं अरदास की विचार कर रहे हैं। हुण ये नहीं सत्संगत जी इत्थे गुरु ग्रंथ साहिब के अगे अरदास करे, फिर कोई किते पीर फकीर दे जाके अरदासां करदा फिरे, कोई होर जगह अरदासां करदा फिरे, 2 3 4 5 जगह होर अरदासां करदा फिरे, तो फिर वो चीज़ जिहड़ी है महाराज नहीं कबूल करदा। क्योंकि असी सारियां दा सत्कार करना है, असी सिखां दे घर जन्म लिया, असी अपने बाबे नानक नूं वड्डा समझना है। सब तो वड्डा सतगुरु नानक जिनका राखी मेरी। प्यो भावें गालां कड्ढे, जो मर्जी कड्ढे, प्यो ने प्यो ही रहना, ठीक है जी। भावें ਉਹਦੀ बने चाहे ना बने, प्यो तो असी मुनकत थोड़ा हो सकते हैं। प्यो का नाम साढ़े नाल लथ सकता, असी है ही प्यो करके हाँ। बाबा नानक साडा पिता है, असी उस करके हाँ। इस करके कभी भी गुरु नानक नूं छोटा नहीं दिखाना, गुरु नानक के घर नूं किधरे जाके छोटा नहीं दिखाना। महाराज जी कहते दूजे पासे तां जाइए जे ये घर छोटा होवे, जे ये घर तैनूं ना करदा होवे, जे ये घर तैनूं
ਕੁਝ ਵੀ ਨਾ ਦਿੰਦਾ ਹੋਵੇ। ਗੁਰੂ ਮਹਾਰਾਜ ਜੀ ਨੇ ਤਾਂ ਸਾਨੂੰ ਗਰੰਟੀ ਲਿਖ ਕੇ ਦਿੱਤੀ ਹੈ ਵੀ ਜੋ ਮੰਗੇ ਠਾकुर ਆਪਣੇ ਦੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇੱਥੋਂ ਸਭ ਕੁਝ ਮਿਲਦਾ। ਬੜੀ ਵਾਰ ਤੁਸੀਂ ਸਰਵਣ ਕੀਤੀ, ਸਿਰਫ ਭਾਵਨਾ ਸ਼ਰਧਾ ਅਤੇ ਭਰੋਸੇ ਵਿੱਚ ਸਾਡੇ ਫਰਕ ਪੈਂਦਾ, ਤਾਂ ਕਰਕੇ ਥੋੜ੍ਹੀ ਕਮੀ ਰਹਿ ਜਾਂਦੀ। ਬਾਕੀ ਗੁਰੂ ਸਾਹਿਬ ਤੇ ਬਿਲਕੁਲ ਮਹਾਰਾਜ ਜੀ ਕਹਿੰਦੇ ਜਿਵੇਂ ਪਰੋਸ ਕੇ ਰੱਖਿਆ ਹੁੰਦਾ ਨਾ ਭੋਜਨ, ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਥਾਲ ਵਿੱਚ ਪਾ ਕੇ ਰੱਖਿਆ ਹੋਇਆ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਇਹ ਨਾਮ ਰੂਪੀ ਭੋਜਨ ਬਿਲਕੁਲ ਰੈਡੀ ਹੈ, ਬਿਲਕੁਲ ਤਿਆਰ ਹੈ, ਰੱਖਿਆ ਹੋਇਆ। ਮਹਾਰਾਜ ਜੀ ਕਹਿੰਦੇ ਇਸ ਨੂੰ ਬਸ ਤੈਨੂੰ ਕੇਵਲ ਤੂੰ ਛਕਣਾ ਹੀ ਹੈ। ਭੋਜਨ ਇੱਕ ਦੇ ਆਪਾਂ ਬਣਾਈਦਾ ਨਾ, ਘਰ ਸਬਜ਼ੀ ਭਾਜੀ ਲਿਆਈ ਦੀ, ਆਟਾ ਗੁੰਨੀ ਦਾ ਬੜਾ ਟਾਈਮ ਲੱਗਦਾ। ਮਹਾਰਾਜ ਜੀ ਕਹਿੰਦੇ ਇੱਥੇ ਆ ਜਾ ਤੇ ਨਾਲ ਹੀ ਬਸ ਛਕਣਾ ਸ਼ੁਰੂ ਕਰ ਦੇ। ਇੱਥੇ ਟਾਈਮ ਨਹੀਂ ਬਹੁਤਾ, ਇੱਥੇ ਬਿਲਕੁਲ ਬਣਿਆ ਬਣਾਇਆ, ਬਿਲਕੁਲ ਤਿਆਰ ਕੀਤਾ ਭੋਜਨ ਤੈਨੂੰ ਮਿਲੇਗਾ, ਬਸ ਤੂੰ ਛਕਣਾ। ਦੇਖੋ ਦੁਨਿਆਵੀ ਅਸੀਂ ਭੋਜਨ ਦੀ ਗੱਲ ਵੀ ਕਰ ਲਈ ਹੈ, ਲੰਗਰ ਦੇ ਰੂਪ ਵਿੱਚ ਸਾਨੂੰ ਮਿਲਦਾ ਹੈ ਨਾ। ਜਿਹੜੇ ਅਸੀਂ ਗੁਰੂ ਘਰਾਂ ਦੇ ਵਿੱਚ ਇਤਿਹਾਸਕ ਗੁਰਦੁਆਰਿਆਂ ਵਿੱਚ ਜਾਂਦੇ ਹਾਂ, ਸਾਨੂੰ ਪਹਿਲਾਂ ਪੰਗਤ ਮਿਲਦੀ ਹੈ, ਫਿਰ ਸੰਗਤ ਮਿਲਦੀ ਹੈ। ਪਹਿਲਾਂ ਜਾਂਦੇ ਲੰਗਰ ਮਿਲਦਾ ਜਾਂ ਨਹੀਂ? ਸਾਨੂੰ ਉੱਥੇ ਕੋਈ ਸਬਜ਼ੀ ਦੇਣੀ ਪਈ, ਕੁਛ ਕਿਸੇ ਨੇ ਕਿਹਾ ਵੀ ਆਹ ਚੀਜ਼ ਦਿਓ, ਉੱਥੇ ਜਾਂਦੇ ਹੀ ਸਾਨੂੰ ਪਹਿਲਾਂ ਮਹਾਰਾਜ ਨੇ ਪੰਗਤ ਰਾਹੀਂ ਸਾਡਾ ਢਿੱਡ ਭਰ ਦਿੱਤਾ। ਫਿਰ ਆਤਮਾ ਦੀ ਖੁਰਾਕ ਨਾਮ ਹੈ। ਮਹਾਰਾਜ ਜੀ ਕਹਿੰਦੇ ਕਿਤੇ ਇਹਦਾ ਮਨ ਨਾ ਭਟਕਦਾ ਰਹੇ, ਪੇਟ ਖਾਲੀ ਹੈ ਜਾਂ ਭੁੱਖ ਦੇ ਨਾਲ ਤੜਫਦਾ ਨਾ ਰਹੇ। ਇਸ ਕਰਕੇ ਮਹਾਰਾਜ ਜੀ ਨੇ ਪਹਿਲਾਂ ਸਾਨੂੰ, ਚਾਹੇ ਦਰਬਾਰ ਸਾਹਿਬ ਜਾਓ, ਚਾਹੇ ਤਰਨਤਾਰਨ ਸਾਹਿਬ ਜਾਓ, ਕਿਸੇ ਵੀ ਘਰ ਜਾਓ, ਇਹ ਸਾਨੂੰ ਪਹਿਲਾਂ ਹੁਕਮ ਪਹਿਲਾਂ ਲੰਗਰ ਪਾਣੀ ਛਕੋ। ਇਹ ਹੁਕਮ ਹੈ। ਜਿਹੜੇ ਸਿੱਧੇ ਕੋਈ ਜਾ ਕੇ ਮੱਥਾ ਟੇਕਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ, ਉਹਨਾਂ ਨੂੰ ਨਹੀਂ ਪਤਾ ਤਾਂ ਸਿੱਖ ਲਓ ਵੀ ਪਹਿਲਾਂ ਜਿੱਥੇ ਲੰਗਰ ਪਾਣੀ ਚੱਲਦਾ ਪਹਿਲਾਂ ਲੰਗਰ ਛਕੋ। ਪਹਿਲਾਂ ਲੰਗਰ ਦਾ ਹੁਕਮ ਹੈ, ਪਹਿਲੇ ਪ੍ਰਸ਼ਾਦਾ ਪਹਿਲਾਂ ਪੰਗਤ ਵਿੱਚ ਜਾਓ। ਇਹ ਮਹਾਰਾਜ ਜੀ ਨੇ ਸੋਚ ਸਮਝ ਕੇ ਕੋਈ ਕੀਤਾ ਹੋਏਗਾ, ਉਹਨਾਂ ਨੂੰ ਪਤਾ ਹੋਏਗਾ। ਬਹੁਤ ਕਾਰਨ ਨੇ ਇਹਦੇ ਵੀ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਸੰਗਤਾਂ ਜਿਹੜੀਆਂ ਸੀ ਉਹ ਬਹੁਤ ਦੂਰੋਂ ਦੂਰੋਂ ਪੈਦਲ ਚੱਲ ਕੇ ਜਾਂਦੀਆਂ ਹੁੰਦੀਆਂ ਸਨ। ਬੁਰਾ ਹਾਲ ਹੋ ਜਾਂਦਾ ਸੀ, ਪਾਣੀ ਬੜਾ ਘੱਟ ਹੁੰਦਾ ਸੀ। ਲੰਗਰ ਪਾਣੀ ਵੀ ਜਿਹੜੇ ਇੱਦਾਂ ਬਹੁਤੇ ਨਹੀਂ ਸੀ ਜਿੱਦਾਂ ਅੱਜ ਚੱਲਦੇ ਨੇ, ਥਾਂ ਥਾਂ 'ਤੇ ਬਹੁਤ ਘੱਟ ਹੁੰਦੇ ਸਨ। ਇਸ ਕਰਕੇ ਪਹਿਲਾਂ ਜਾ ਕੇ ਉਹਨਾਂ ਨੇ ਦਰਬਾਰ ਸਾਹਿਬ ਜਾਣ, ਤਰਨਤਾਰਨ ਸਾਹਿਬ ਜਾਣ, ਉੱਥੇ ਜਾ ਕੇ ਪਹਿਲਾਂ ਉਹਨਾਂ ਨੇ ਇਸ਼ਨਾਨ ਕਰਨਾ। ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਪ੍ਰਸ਼ਾਦਾ ਲੰਗਰ ਛਕਣਾ। ਫਿਰ ਐਂ ਬਿਲਕੁਲ ਐਂ ਤਸੱਲੀ ਦੇ ਨਾਲ ਜਾ ਕੇ ਬਹਿਣਾ ਗੁਰੂ ਦੀ ਗੋਦ ਵਿੱਚ, ਜਾ ਕੇ ਫਿਰ ਗੁਰੂ ਦੀ ਬਾਣੀ ਸੁਣਨੀ, ਕੀਰਤਨ ਸੁਣਨਾ, ਕਥਾ ਸੁਣਨਾ, ਫਿਰ ਆਨੰਦ ਲੈਣਾ। ਇਹ ਸਾਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸੋ ਮੈਂ ਬੇਨਤੀ ਆਰੰਭ ਕੀਤੀ ਹੈ ਵੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਿਸ ਤਰ੍ਹਾਂ ਕਰਨੀ। ਅਰਦਾਸ ਕੀਤੀ ਹੈ, ਜਿਹਦਾ ਸਰੀਰ ਠੀਕ ਹੈ ਉਹ ਬਿਲਕੁਲ ਮਰਿਆਦਾ ਅਨੁਸਾਰ ਕਰੇ। ਜਿਸ ਦਾ ਸਰੀਰ ਠੀਕ ਨਹੀਂ, ਭਾਵੇਂ ਉਹ ਨਾ ਵੀ ਪਰਿਕਰਮਾ ਕਰੇ, ਚੁੱਪ ਕਰਕੇ ਬਹਿ ਜਾਵੇ ਤਾਂ ਵੀ ਪ੍ਰਵਾਹ ਨਹੀਂ। ਧਿਆਨ ਦੇਣਾ, ਇਹ ਨਹੀਂ ਵੀ ਦੇਖੋ ਦੇਖੀ ਵੀ ਫਲਾਨਾ ਬੰਦਾ ਇਸ ਤਰ੍ਹਾਂ ਕਰ ਰਿਹਾ ਵੀ ਮੈਂ ਵੀ ਇੱਦਾਂ ਕਰਨਾ। ਜਿਹਦੇ ਕੋਲੋਂ ਇੱਕ ਦੇ ਜਵਾਨ ਹੈ, ਸਰੀਰ ਦਾ ਠੀਕ ਹੈ, ਉਹਦੇ ਸਭ ਕੁਝ ਕਰ ਸਕਦਾ। ਇੱਕ ਦਾ ਸਰੀਰ ਠੀਕ ਨਹੀਂ ਹੈ, ਉਹਨੂੰ ਕੁਛ ਵੀ ਕਰਨ ਦੀ ਜ਼ਰੂਰਤ ਨਹੀਂ। ਉਹ ਚੁੱਪ ਕਰਕੇ ਮਹਾਰਾਜ ਨੂੰ ਨਮਸਕਾਰ ਕਰਕੇ ਬੈਠ ਜਾਏ, ਉਹਦੇ ਹਾਜ਼ਰੀ ਲੱਗ ਜਾਏਗੀ। ਜੇ ਕੋਈ ਪਰਿਕਰਮਾ ਕਰ ਸਕਦਾ ਤਾਂ ਕਰਨੀ ਹੈ, ਜੇ ਨਹੀਂ ਕਰ ਸਕਦਾ ਤਾਂ ਨਹੀਂ ਕਰਨੀ। ਜੇ ਕੋਈ ਮਹਾਰਾਜ ਦੀ ਸੇਵਾ ਕਰ ਸਕਦਾ ਤਾਂ ਕਰਨੀ ਹੈ, ਜੇ ਨਹੀਂ ਕਰ ਸਕਦਾ ਤਾਂ ਕੋਈ ਗੱਲ ਨਹੀਂ, ਬੇਨਤੀ ਕਰਨੀ ਹੈ। ਬਾਕੀ ਉਹਦੀ ਮਾਲਕ ਦੀ ਮਰਜ਼ੀ ਹੈ। ਹਾਜ਼ਰੀ ਪ੍ਰਵਾਨ ਹੋਵੇਗੀ, ਬਿਲਕੁਲ ਹੋਵੇਗੀ। ਸੋ ਇਸ ਕਰਕੇ ਆਪਾਂ ਗੁਰੂ ਨੂੰ ਨਤ ਮਸਤਕ ਹੋ ਕੇ ਪਿਆਰ ਨਾਲ ਨਮਸਕਾਰ ਕਰਕੇ ਚਰਨਾਂ ਦੇ ਵਿੱਚ ਬੜੇ ਹੀ ਨਿਮਰਤਾ ਦੇ ਨਾਲ ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਹਾਂ, ਚਲੋ ਬੜੀਆਂ ਸੋਹਣੀਆਂ ਬੇਨਤੀਆਂ ਚੱਲ ਰਹੀਆਂ ਨੇ, ਇਹਦੇ ਨਾਲ ਜੁੜ ਜਾਂਦੀਆਂ। ਮੈਨੂੰ ਤੁਹਾਨੂੰ ਸਭ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ। ਜਦੋਂ ਅਸੀਂ ਗੁਰੂ ਦੇ ਦਰ ਦੇ ਅੰਦਰ, ਮਤਲਬ ਦਰਬਾਰ ਦੇ ਅੰਦਰ ਐਂਟਰੀ ਕਰਨੀ ਹੈ, ਸਾਡੇ ਦੋਵੇਂ ਹੱਥ ਜੁੜੇ ਹੋਣੇ ਚਾਹੀਦੇ ਨੇ ਅਤੇ ਅਸੀਂ ਕਾਹਲ ਨਹੀਂ ਕਰਨੀ, ਛੇਤੀ ਛੇਤੀ ਨਹੀਂ ਜਾਣਾ। ਬਿਲਕੁਲ ਸਲੋ, ਹੌਲੀ ਹੌਲੀ ਮਹਾਰਾਜ ਜੀ ਦੇ ਚਰਨਾਂ ਵਿੱਚ ਜਾਣਾ। ਉਹਦਾ ਕਾਰਨ ਕਈ ਹੁੰਦੇ ਨੇ। ਇੱਕ ਤਾਂ ਨਿਮਰਤਾ ਅਤੇ ਸਹਿਜ ਦੀ ਭਾਵਨਾ ਪੈਦਾ ਹੁੰਦੀ ਹੈ, ਅਤੇ ਇੱਕ ਜਿਹੜਾ ਕੋਈ ਸੰਗਤ ਅੱਗੇ ਖਲੋਤੀ ਹੋਵੇ ਉਹਦੇ ਵਿੱਚ ਕੋਈ ਵੱਜ ਨਾ ਜਾਵੇ, ਇੱਕ ਇਹਦੇ ਤੋਂ ਵੀ ਬਚਾਅ ਹੁੰਦਾ। ਕਾਹਲ ਨਹੀਂ ਕਰਨੀ, ਬੜੀ ਹੌਲੀ ਹੌਲੀ। ਜੇ ਕੋਈ ਮੱਥਾ ਟੇਕਦਾ ਉਹਨੂੰ ਤਸੱਲੀ ਨਾਲ ਮੱਥਾ ਟੇਕਣ ਦੇਣਾ ਚਾਹੀਦਾ। ਇਹ ਨਹੀਂ ਵੀ ਉਹਦੇ ਅੱਗੇ ਦੀ ਵੜ ਕੇ ਅਤੇ ਮੱਥਾ ਟੇਕਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਇਹ ਗੱਲਾਂ ਯਾਦ ਅਤੇ ਧਿਆਨ ਰੱਖਣ ਵਾਲੀਆਂ ਨੇ। ਅਤੇ ਬੜੇ ਹੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਅਰਦਾਸ ਕਰਨੀ ਹੈ। ਕਿਸੇ ਨੇ ਸੱਜੇ ਨਹੀਂ ਵੇਖਣਾ, ਕਿਸੇ ਨੇ ਕੋਈ ਖੱਬੇ ਨਹੀਂ ਦੇਖਣਾ, ਕਿਸੇ ਨੇ ਨਹੀਂ ਦੇਖਣਾ ਕੌਣ ਬੈਠਾ, ਕਿਵੇਂ ਬੈਠਾ। ਸਾਨੂੰ, ਅਸੀਂ ਆਪਣੇ ਲਈ ਆਏ ਹਾਂ, ਗੁਰੂ ਨੂੰ ਮਿਲਣ ਲਈ ਆਏ ਹਾਂ। ਗੁਰੂ ਨੂੰ ਮਿਲ ਲਿਆ, ਸੰਗਤ ਨੂੰ ਗੁਰੂ ਦਾ ਰੂਪ ਜਾਣ ਕੇ ਦਰਸ਼ਨ ਕਰਨੇ ਨੇ। ਕਿਸੇ ਨੇ ਕਿਸੇ ਦੀ ਸ਼ਕਲ, ਕਿਸੇ ਦੇ ਪਹਿਰਾਵੇ ਵੱਲ, ਕਿਸੇ ਚੀਜ਼ ਵੱਲ ਨਹੀਂ ਜਾਣਾ। ਕੋਈ ਕਿਸੇ ਨੇ ਕਿਸੇ ਤਰ੍ਹਾਂ ਜੋ ਮਰਜ਼ੀ ਕੀਤਾ ਹੋਵੇ। ਹਾਂ, ਤਨ ਕੱਜਿਆ ਜ਼ਰੂਰ ਹੋਣਾ ਚਾਹੀਦਾ।
ਕਿਸੇ ਦੇ ਚਿਹਰੇ ਵੱਲ, ਕਿਸੇ ਦੀ ਕੋਈ ਇੱਦਾਂ ਦੀ ਕੋਈ ਮੈਲੀ ਬਿਰਤੀ ਵੱਲ ਇਹ ਬਿਲਕੁਲ ਇੱਥੇ ਖਿਆਲ ਰੱਖਣਾ, ਨਹੀਂ ਵੇਖਣਾ। ਆਪਣੇ ਗੁਰੂ ਸਾਹਿਬ ਨੂੰ ਬੜੀ ਨਿਮਰਤਾ ਦੇ ਨਾਲ ਨਮਸਕਾਰ ਕਰਕੇ ਤੇ ਫਿਰ ਦੋਨੇ ਹੱਥ ਜੋੜ ਕੇ ਮਹਾਰਾਜ ਨੂੰ ਫਤਿਹ ਬੁਲਾਉਣੀ ਹੈ ਆਪਣੇ ਮੂੰਹ ਦੇ ਵਿੱਚ। ਜਿਵੇਂ ਮੈਂ ਸ਼ੁਰੂ ਵਿੱਚ ਕਿਹਾ, ਬੋਲ ਕੇ ਨਹੀਂ, ਬੋਲ ਕੇ ਕੁਛ ਵੀ ਨਹੀਂ ਬੋਲਣਾ ਤਾਂ ਜੋ ਕੋਈ ਡਿਸਟਰਬ ਨਾ ਹੋਵੇ। ਆਪਣੇ ਮੂੰਹ ਦੇ ਅੰਦਰ ਹੀ, ਕੰਠ ਦੇ ਵਿੱਚ ਹੀ ਮਹਾਰਾਜ ਨੂੰ ਫਤਿਹ ਬੁਲਾ ਕੇ, ਸਿਰ ਝੁਕਾ ਕੇ, ਫਿਰ ਪਰਿਕਰਮਾ ਕਰਕੇ, ਫਿਰ ਮੁੜ ਨਮਸਕਾਰ ਕਰਕੇ ਆਪਣੀ ਜਗ੍ਹਾ 'ਤੇ ਬੈਠ ਜਾਣਾ ਹੈ। ਜੇ ਕੋਈ ਪਹਿਲਾਂ ਦੇਗ ਲੈਣੀ ਚਾਹੁੰਦਾ ਪਹਿਲਾਂ ਲੈ ਸਕਦਾ, ਜੇ ਕੋਈ ਬਾਅਦ ਵਿੱਚ ਲੈਣੀ ਚਾਹੁੰਦਾ, ਇਹ ਕੋਈ ਰੌਲੇ ਰੱਪੇ ਵਾਲਾ ਕੰਮ ਨਹੀਂ ਹੈ, ਆਪਣੀ ਮਰਜ਼ੀ, ਕੋਈ ਗੱਲ ਨਹੀਂ। ਤੋ ਆਪਾਂ ਲੈ ਕੇ ਪ੍ਰਸ਼ਾਦ 'ਤੇ ਬੈਠ ਜਾਣਾ। ਛਕਣਾ ਕਿਸੇ ਨੇ ਛਕ ਲਵੇ, ਬਾਅਦ ਵਿੱਚ ਛਕਣਾ ਬਾਅਦ ਵਿੱਚ ਛਕ ਲੈ, ਇਹ ਵੀ ਕੋਈ ਐਡਾ ਕੋਈ ਮੁੱਦੇ ਵਾਲੀ ਗੱਲ ਨਹੀਂ ਹੈ। ਬਸ ਬੈਠ ਕੇ ਤੇ ਫਿਰ ਗੁਰੂ ਦੇ ਸ਼ਬਦ ਨੂੰ ਨਿਮਰਤਾ ਸਹਿਤ ਜਾਂ ਅੱਖੀਆਂ ਬੰਦ ਅਤੇ ਜਾਂ ਅੱਖੀਆਂ ਗੁਰੂ ਗ੍ਰੰਥ ਸਾਹਿਬ ਵੱਲ ਧਿਆਨ ਦੇਣਾ। ਅਸੀਂ ਕਿਹਦੇ ਲਈ ਆਏ ਹਾਂ? ਗੁਰੂ ਵਾਸਤੇ ਆਏ ਨਾ। ਜਾਂ ਅੱਖੀਆਂ ਬੰਦ ਅਤੇ ਜਾਂ ਗੁਰੂ ਗ੍ਰੰਥ ਵੱਲ। ਹਾਂ, ਜਿਹੜਾ ਬੋਲ ਰਿਹਾ ਕਈ ਵਾਰ ਉਹਦੇ ਵੱਲ ਵੀ ਧਿਆਨ ਚਲਾ ਜਾਂਦਾ, ਕੋਈ ਇਹਦੇ ਵਿੱਚ ਵੀ ਗਲਤ ਨਹੀਂ। ਅਸੀਂ ਉਹਦੇ ਵੱਲ ਵੀ, ਕਿਉਂਕਿ ਸਟੇਜ ਦੇ ਸਾਹਮਣੇ ਜੋ ਬੈਠੇ ਹਨ ਉਹਦੇ ਵੱਲ ਵੀ ਧਿਆਨ ਨੈਚੁਰਲੀ ਚਲਾ ਜਾਂਦਾ, ਇਹ ਵੀ ਕੋਈ ਗਲਤ ਨਹੀਂ। ਪਰ ਉਸ ਤੋਂ ਇਲਾਵਾ ਹੋਰ ਕਿਸੇ ਵੱਲ ਵੇਖਣਾ, ਕੋਈ ਮੱਥਾ ਕਿਵੇਂ ਟੇਕਦਾ, ਕਿੱਦਾਂ ਪਰਿਕਰਮਾ ਕਰਦਾ, ਅੱਖੀਆਂ, ਸਾਡੀਆਂ ਅੱਖੀਆਂ ਪਰਿਕਰਮਾ ਪਹਿਲਾਂ ਕਰ ਦੇਣ ਕਿਸੇ ਨੂੰ ਦੇਖ ਕੇ, ਉਹ ਅਜੇ ਵਿਚਾਰਾ ਪਰਿਕਰਮਾ ਕਰ ਨਾ ਚੁੱਕਿਆ ਹੋਵੇ। ਇਹ ਗੱਲ ਤੋਂ ਵੀ ਅਸੀਂ ਬਿਲਕੁਲ ਅਲਰਟ ਰਹਿਣਾ, ਨਹੀਂ ਦੇਖਣਾ। ਗੁਰੂ ਸਾਹਿਬ ਜੀ ਨੇ ਕਿਹਾ ਵੀ ਦੋਏ ਦੋਏ ਲੋਚਣ ਪੇਖਾਂ ਹੋ, ਹਰ ਬਿਨ ਔਰ ਨਾ ਦੇਖਾਂ। ਗੁਰ ਮਰਿਆਦਾ ਅਨੁਸਾਰ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸਾਨੂੰ ਮਰਿਆਦਾ ਦੇ ਅੰਦਰ ਰਹਿਣਾ ਦੱਸਦੀਆਂ ਨੇ, ਇਹ ਰਹਿਣਾ। ਔਰ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਫਿਰ ਜਦੋਂ ਬਹਿਣਾ ਤਾਂ ਬਿਲਕੁਲ ਅੰਤਰ ਧਿਆਨ ਹੋ ਕੇ ਜੋ ਕੁਝ ਸੁਣ ਰਹੇ ਹਾਂ ਉਹਦੇ 'ਤੇ ਵਿਚਾਰ ਕਰਨੀ। ਹਾਂ, ਬਾਕੀ ਜਦੋਂ ਅਸੀਂ ਬੈਠੇ ਹੁੰਦੇ ਹਾਂ, ਕੋਈ ਗੱਲਬਾਤ ਕਿਸੇ ਨੇ ਕਰਨੀ, ਕੋਈ ਜ਼ਰੂਰੀ ਗੱਲ ਆ ਜਾਂਦੀ ਹੈ ਨਾ, ਅਤੇ ਇਹ ਚੀਜ਼ ਹੈ ਵੀ ਉਹਨੂੰ ਇਸ਼ਾਰੇ ਨਾਲ ਜਾਂ ਉਹਦੇ ਕੰਨ ਵਿੱਚ ਜ਼ਰੂਰ ਆਹਿਸਤਾ ਜੀ, ਹੌਲੀ ਜੀ ਕਹਿ ਦਿਓ, ਤਾਂ ਜੋ ਸਾਹਮਣਾ ਜਿਹੜਾ ਬੈਠਾ ਹੈ ਨਾ, ਕੋਈ ਬੋਲ ਰਿਹਾ ਜਾਂ ਲਾਗੇ ਬੈਠਾ, ਉਹਨੂੰ ਪਤਾ ਨਾ ਲੱਗੇ, ਉਹਦਾ ਧਿਆਨ ਨਾ ਉਖੜੇ। ਧਿਆਨ ਦੇਣਾ, ਅਸੀਂ ਕਲਯੁੱਗ ਦੇ ਵਿੱਚ ਜੋੜਦੇ ਤੇ ਬਹੁਤ ਘੱਟ ਹਨ ਅਤੇ ਸਾਨੂੰ ਹੱਕ ਨਹੀਂ ਕਿਸੇ ਨੂੰ ਤੋੜਨ ਦਾ। ਜਦੋਂ ਅਸੀਂ ਕਿਸੇ ਨਾਲ ਕੋਈ ਗੱਲ ਕਰਦੇ ਹਾਂ, ਉਹਦੇ ਲਾਗੇ ਜਿਹੜਾ ਬੈਠਾ ਹੁੰਦਾ ਉਹ ਵੀ ਅੱਖੀਆਂ ਖੋਲ੍ਹ ਲੈਂਦਾ ਜੇ ਉਹਦੀਆਂ ਬੰਦ ਹੋਣ, ਹੁੰਦਾ ਹੈ ਨਾ। ਅਤੇ ਜਿਹੜੇ ਜੇ ਜ਼ਿਆਦਾ ਉੱਚੀ ਬੋਲਦੇ ਹਾਂ ਅਤੇ ਜਿਹੜੇ ਦੂਰ ਵੀ ਬੈਠੇ ਹੁੰਦੇ ਨੇ ਉਹ ਵੀ ਗਰਦਨ ਪਿੱਛੇ ਨੂੰ ਕਰਕੇ ਵੇਖਣ ਲੱਗ ਜਾਂਦੇ ਨੇ ਵੀ ਕੀ ਗੱਲ ਹੋਈ ਹੈ। ਉਹਨਾਂ ਨੂੰ ਵੀ ਇਹ ਲੱਗਣ ਲੱਗ ਜਾਂਦਾ ਵੀ ਇਹ ਕੀ ਗੱਲ ਹੋਈ ਹੈ। ਸੋ ਇਸ ਕਰਕੇ ਇਹ ਜਿਹੜਾ ਆਪਾਂ ਕੋਈ ਵੀ ਗੁਰੂ ਘਰ ਦੇ ਅੰਦਰ ਹੈ, ਇਹ ਸਤਸੰਗ ਦੀ ਮਰਿਆਦਾ ਵਿੱਚ ਆਉਂਦਾ ਹੈ। ਕਈ ਵਾਰ ਸਾਨੂੰ ਨਹੀਂ ਪਤਾ ਹੁੰਦਾ, ਕੋਈ ਗੱਲ ਨਹੀਂ, ਪਰ ਜਦੋਂ ਸਾਨੂੰ ਪਤਾ ਲੱਗ ਜਾਂਦਾ ਉਸ ਚੀਜ਼ ਦਾ ਖਿਆਲ ਰੱਖਣਾ। ਜਿਵੇਂ ਅਸੀਂ ਕੋਈ ਜ਼ਰੂਰੀ ਗੱਲ ਜਾਂ ਸਲਾਹ ਕਰਨੀ ਹੁੰਦੀ ਹੈ, ਉਹ ਅਸੀਂ ਬਾਹਰ ਜਾ ਕੇ ਇੱਕ ਦੂਜੇ ਨਾਲ ਕਰ ਸਕਦੇ ਹਾਂ। ਕੋਈ ਵੀ, ਚਾਹੇ ਮੈਂ ਹਾਂ, ਚਾਹੇ ਪ੍ਰਬੰਧਕ ਹੈ, ਚਾਹੇ ਕੋਈ ਸੰਗਤ ਦਾ ਮੈਂਬਰ, ਉਹਨੇ ਕੋਈ ਸਲਾਹ ਦੇਣੀ ਹੈ ਪ੍ਰਬੰਧਕ ਨੂੰ, ਜਾਂ ਮੈਂ ਦੇਣੀ ਹੈ ਜਾਂ ਤੁਸੀਂ ਦੇਣੀ ਹੈ, ਕੋਈ ਵੀ ਬੈਠਾ, ਸੇਵਾਦਾਰ ਬੈਠਾ, ਕੋਈ ਬੈਠਾ, ਉਹ ਬਿਲਕੁਲ ਜਾਂ ਤਾਂ ਇਸ਼ਾਰੇ ਨਾਲ, ਮਤਲਬ ਜਿਹੜਾ ਬੋਲ ਰਿਹਾ ਉਹਦੇ ਤੱਕ ਨਾ ਪਤਾ ਚੱਲੇ ਗੱਲ ਦਾ, ਉਹਨੂੰ ਨਾ ਪਤਾ ਲੱਗੇ ਵੀ ਕੀ ਗੱਲ ਹੋਈ ਹੈ। ਇਹ ਜਿਹੜੀ ਮਰਿਆਦਾ ਦੇ ਵਿੱਚ ਆਉਂਦਾ, ਚਾਹੇ ਸਿੱਖ ਰਹਿਤ ਮਰਿਆਦਾ ਨੂੰ ਪੜ੍ਹ ਲੈਣਾ, ਉਹਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ। ਬਿਲਕੁਲ ਉਸ ਜਗ੍ਹਾ 'ਤੇ ਸ਼ਾਂਤੀ ਹੋਣੀ ਚਾਹੀਦੀ ਹੈ, ਉਸ ਜਗ੍ਹਾ 'ਤੇ ਹੋਰ ਕੋਈ ਵੀ ਆਵਾਜ਼ ਨਹੀਂ ਹੋਣੀ ਚਾਹੀਦੀ ਹੈ। ਸਿਰਫ ਗੁਰੂ ਹੀ ਉੱਥੇ ਬੋਲੇ, ਗੁਰੂ ਦੀ ਆਵਾਜ਼ ਹੀ ਹੋਵੇ। ਇਹ ਜੋ ਬਾਣੀ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ, ਇਹ ਗੁਰੂ ਦੀ ਆਵਾਜ਼ ਜਿਹੜੀ ਹੈ, ਮੇਰੀ ਨਹੀਂ। ਜਿਹੜੀ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਹਾਂ, ਇਹ ਗੁਰੂ ਦਾ ਮੁੱਖ ਵਾਕ ਹੈ, ਮੇਰਾ ਨਹੀਂ। ਇਹਦੇ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਬੇਸ਼ੁਮਾਰ ਅਥਾ ਅਗਣਤ ਅਤੁੱਲੇ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਇਹ ਤਾਂ ਉਹ ਬੁਲਾ ਰਿਹਾ ਕਿਉਂਕਿ ਉਹਨੇ ਡਿਊਟੀ ਇੱਦਾਂ ਦੀ ਦਿੱਤੀ ਹੈ। ਜਿਸ ਤਰ੍ਹਾਂ ਦੀ ਡਿਊਟੀ ਦਿੱਤੀ ਹੈ ਉਸੇ ਤਰ੍ਹਾਂ ਦੇ ਨਾਲ ਹੀ ਅਸੀਂ ਬੋਲਣਾ। ਜਿਹੜਾ ਹੁਕਮਨਾਮਾ ਵੀ ਗ੍ਰੰਥੀ ਸਾਹਿਬ ਨਾਲ ਜਾਂ ਸਿੰਘ ਸਾਹਿਬ ਜੀ ਲੈਂਦੇ ਨੇ, ਇਹ ਵੀ ਗੁਰੂ ਬੋਲਦਾ। ਹਾਂ, ਉਹਦੇ ਕੋਲ ਡਿਊਟੀ ਲੈਂਦਾ। ਜਿਹੜੇ ਪੰਜ ਪਿਆਰੇ ਜਿਹੜੇ ਨੇ, ਹੁਣ ਸਾਨੂੰ ਉਹ ਗੁਰੂ ਦਾ ਰੂਪ ਹੁੰਦੇ ਨੇ। ਉਹ ਪੰਜ ਬਾਣੀਆਂ ਪੜ੍ਹ ਕੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨੇ। ਅਸੀਂ ਗੁਰੂ ਕੋਲੋਂ ਛਕਿਆ, ਕਿਉਂਕਿ ਬਾਣੀ ਉੱਥੇ ਗੁਰੂ ਦੀ, ਸਿੱਖ ਉੱਥੇ ਗੁਰੂ ਦਾ, ਉਹਦੀ ਡਿਊਟੀ ਲੱਗੀ ਹੁੰਦੀ ਹੈ, ਉਹਨੂੰ ਪਾਵਰ ਮਿਲੀ ਹੁੰਦੀ ਹੈ, ਉਹਨੂੰ ਤਾਕਤ ਮਿਲੀ ਹੁੰਦੀ ਹੈ, ਉਹਨੂੰ ਪਾਵਰ ਮਿਲੀ ਹੁੰਦੀ ਹੈ। ਜਿਹੜਾ ਕਿਸੇ ਗਜ਼ਟਡ ਆਫਿਸਰ ਜਿਹੜਾ ਚੇਅਰ 'ਤੇ ਬੈਠਾ, ਉਹਦੇ ਕੋਲ ਪਾਵਰ ਹੈ, ਉਹਨੂੰ ਪਾਵਰ ਕਿਸੇ ਨੇ ਦਿੱਤੀ ਹੋਈ, ਉਹਦੀ ਪਾਵਰ ਕੰਮ ਕਰਦੀ ਨਹੀਂ। ਅਤੇ ਆਮ ਗਲੀਆਂ ਵਿੱਚ ਬੜੇ ਲੋਕ ਤੁਰਦੇ ਫਿਰਦੇ ਨੇ,
उस पावर नूं एक मर्यादा कहा जाता है। ਹੁਣ देखो सामने कोई साडे जज बैठा हुंदा है, उदां दे बंदे ते असीं भी उन्हां तों वधिया पर्सनैलिटी अपनी बना सकते हैं, सोहनी पग बन सकते हैं, सोहने कोट पैंट पा सकते हैं, उहदे नालों चंगा वधिया देख सकते हैं। पर जिहड़ी उहदे विच लियाकत है, जिहड़ी उहदे अंदर योग्यता है, जिहड़ी उन्हें चीज़ प्राप्त की है, विद्या ग्रहण की है, ਉਹ ਚੀਜ਼ ਤੋਂ ਸਾਨੂੰ ਪ੍ਰਭਾਵਿਤ ਹੋਣਾ ਪਵੇਗਾ। ਉਸ ਚੀਜ਼ ਦਾ ਸਾਨੂੰ ਸਤਿਕਾਰ ਕਰਨਾ ਪਏਗਾ। ਦੇਖੋ ਜੱਜ ਅੱਗੇ ਉੱਚੀ ਆਵਾਜ਼ ਵਿੱਚ ਜਿਹੜਾ ਬੋਲੇਗਾ ਤੇ ਜੱਜ ਫੈਸਲਾ ਗਲਤ ਕਰ ਦਿੰਦਾ, ਗਲਤ ਦਾ ਮਤਲਬ ਉਹਨੂੰ ਉਲਟ ਕਰ ਦਿੰਦਾ ਵੀ ਚੁੱਪ ਤੇ ਇਹਨੂੰ ਮਤਲਬ ਬਾਹਰ ਭੇਜੋ। ਜੇ ਕੋਈ ਜੱਜ ਦੇ ਸਾਹਮਣੇ ਜਿਵੇਂ ਕਿਸੇ ਨੂੰ ਆਦਤ ਹੁੰਦੀ ਹੈ ਨਾ ਐਵੇਂ ਹੀ ਬੋਲਣ ਦੀ, ਉੱਥੇ ਉਹ ਆਰਡਰ ਕਹਿ ਦਿੰਦਾ ਵੀ ਨਹੀਂ ਮਰਿਆਦਾ ਵਿੱਚ ਰਹਿਣਾ। ਕਹਿੰਦੇ ਆ ਨਾ ਆਮ ਕਰਕੇ ਅਦਾਲਤਾਂ ਦੇ ਵਿੱਚ ਸੁਣਦੇ ਆ ਆਪਾਂ, ਪਿਕਚਰਾਂ ਵਿੱਚ ਵੀ ਸੁਣਦੇ ਹਾਂ। ਉਹ ਜੋ ਰੌਲਾ ਜਿਹਾ ਪੈਂਦਾ ਅਤੇ ਡਾਕਟਰ ਨੇ ਜੱਜ ਨੇ ਉਹ ਰੱਖਿਆ ਹੁੰਦਾ ਇੱਕ ਥੋੜ੍ਹਾ ਜਿਹਾ ਜੋ ਵੀ ਰੱਖਿਆ ਹੁੰਦਾ ਇੱਕ ਇਸ਼ਾਰਾ, ਉਹ ਮਾਰ ਕੇ ਕਹਿੰਦਾ ਬਈ ਆਰਡਰ ਸ਼ਾਂਤ ਹੋਵੋ, ਬੋਲਣਾ ਨਹੀਂ, ਉੱਚੀ ਨਹੀਂ ਬੋਲਣਾ, ਮਰਿਆਦਾ ਦੀ ਉਲੰਘਣਾ ਹੈ। ਇੱਥੇ ਵੀ ਮਹਾਰਾਜ ਜੀ ਕਹਿੰਦੇ ਨੇ, ਇੱਥੇ ਵੀ ਆਰਡਰ ਕਿਹੜਾ ਹੁੰਦਾ ਜੱਜ ਵਾਂਗੂ, ਪ੍ਰਭੂ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਇੱਥੇ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਬੜੇ ਪ੍ਰੇਮ ਦੇ ਨਾਲ, ਬੜੀ ਮਰਿਆਦਾ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਗੁਰੂ ਦੀ ਬਾਣੀ ਦਾ ਬਹੁਤ ਜ਼ਿਆਦਾ ਸਤਿਕਾਰ ਕਰਨਾ ਹੈ। ਜਦੋਂ ਅਸੀਂ ਇਸ ਤਰ੍ਹਾਂ ਸਰਵਣ ਕਰਦੇ ਹਾਂ ਮਤਲਬ ਅਸੀਂ ਗੁਰੂ ਦੇ ਬਚਨ ਦਾ, ਗੁਰੂ ਦੀ ਕਥਾ ਦਾ, ਗੁਰੂ ਦੇ ਇਤਿਹਾਸ ਦਾ, ਗੁਰੂ ਦੀ ਗੁਰਬਾਣੀ ਦਾ ਸਤਿਕਾਰ ਕਰਦੇ ਹਾਂ। ਉਸ ਨੂੰ ਸਿਰ ਝੁਕਾ ਕੇ ਮੈਂ ਤੇ ਤੁਸੀਂ ਸਾਰੇ ਹੀ, ਚਾਹੇ ਵਕਤਾ ਚਾਹੇ ਸਰੋਤਾ, ਉਹ ਬੜੇ ਅਦਬ ਸਤਿਕਾਰ ਨਾਲ ਮਹਾਰਾਜ ਜੀ ਦੀ ਬਾਣੀ ਨੂੰ ਸਰਵਣ ਕਰ ਰਿਹਾ ਹੈ। ਸੋ ਇਹ ਜਿਹੜੀਆਂ ਮਰਿਆਦਾ ਵਾਲੀਆਂ ਚੀਜ਼ਾਂ ਨੇ ਨਾ, ਇਹ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਜਿਹੜੀ ਸਿੱਖ ਰਹਿਤ ਮਰਿਆਦਾ, ਸੋ ਗੁਰੂ ਸਾਹਿਬ ਜੀ ਮਿਹਰ ਕਰਨ, ਮਨ ਵਿੱਚ ਫੁਰਨਾ ਆ ਗਿਆ ਅਤੇ ਮਹਾਰਾਜ ਜੀ ਮਿਹਰ ਕਰਕੇ ਜੋ ਸਿੱਖ ਰਹਿਤ ਮਰਿਆਦਾ ਇਹਦੀ ਵੀ ਵਿਚਾਰ ਅਸੀਂ ਸ਼ੁਰੂ ਕਰੀਏ ਵੀ ਇੱਕ ਪੁਆਇੰਟ, ਇੱਕ ਅੰਗ ਜਿਹੜਾ ਹੈ, ਜਿੰਨੇ ਵੀ ਬਹੁਤ ਛੋਟੀ ਬੁੱਕ ਹੈ, ਇਕੱਲੇ ਨੂੰ ਅਸੀਂ ਕਰੀਏ ਕਿਉਂਕਿ ਸਾਨੂੰ ਬੜੀਆਂ ਚੀਜ਼ਾਂ ਦਾ ਪਤਾ ਲੱਗੇਗਾ। ਸੋ ਜੇ ਮਹਾਰਾਜ ਜੀ ਨੇ ਇਹ ਮਨ ਵਿੱਚ ਲੈ ਆਂਦਾ ਅਤੇ ਆਪਾਂ ਆਉਣ ਵਾਲੇ ਦਿਨਾਂ ਵਿੱਚ ਜਦੋਂ ਮਹਾਰਾਜ ਜੀ ਹੁਕਮ ਕਰਨਗੇ ਸਿੱਖ ਰਹਿਤ ਮਰਿਆਦਾ ਦਾ ਇੱਕ ਜਿਹੜਾ ਪੇਜ ਹੈ, ਅੰਕ ਹੈ, ਉਹਨੂੰ ਆਪਾਂ ਜ਼ਰੂਰ ਡਿਸਕਸ਼ਨ ਕਰਾਂਗੇ। ਬਹੁਤ ਕੁਛ ਲਿਖਿਆ, ਬੜੀਆਂ ਚੀਜ਼ਾਂ ਲਿਖੀਆਂ, ਬੜੀਆਂ ਅੱਖਾਂ ਖੁੱਲ੍ਹਣਗੀਆਂ ਕਿਉਂਕਿ ਸਾਰੇ ਲੋਕ ਅਜੇ ਤੱਕ ਪੂਰੀ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਪੜ੍ਹ ਸਕੇ, ਜਿਹੜੀ ਕਿ ਹਰ ਸਿੱਖ ਦੇ ਘਰ ਦੇ ਵਿੱਚ ਅਤੇ ਪੜ੍ਹਨ ਦੀ ਬਹੁਤ ਜ਼ਰੂਰਤ ਸੀ। ਉਹਦੇ ਵਿੱਚ ਸਭ ਕੁਝ ਲਿਖਿਆ, ਗੁਰੂ ਘਰ ਕਿਵੇਂ ਜਾਣਾ, ਗੁਰੂ ਦੀ ਗੋਦ ਵਿੱਚ ਬੈਠਣਾ ਕਿਵੇਂ, ਲੰਗਰ ਕਿਵੇਂ ਛਕਣਾ, ਲੰਗਰ ਕਿਵੇਂ ਵਰਤਾਉਣਾ, ਹਰ ਚੀਜ਼ ਬਾਰੇ ਲਿਖਿਆ ਗੁਰਮਤਿ ਦੇ ਨਾਲ ਰਿਲੇਟਡ ਵੀ ਕਿਵੇਂ ਕਰਨੀ ਹੈ। ਅਖੰਡ ਪਾਠ ਸਾਹਿਬ ਵੇਲੇ ਕੀ ਕਰਨਾ, ਸਹਿਜ ਪਾਠ ਵੇਲੇ ਕੀ ਕਰਨਾ, ਕੀਰਤਨ ਵੇਲੇ ਕੀ ਕਰਨਾ, ਹੁਕਮਨਾਮਾ ਸਾਹਿਬ ਲੈਣ ਸਮੇਂ ਕੀ ਕਰਨਾ, ਇਹ ਸਾਰੀਆਂ ਚੀਜ਼ਾਂ ਨੇ। ਜਿਵੇਂ ਕਈ ਵਾਰ ਅਸੀਂ ਹੁਕਮਨਾਮਾ ਲੈਂਦੇ ਹਾਂ ਨਾ, ਜਦੋਂ ਕਈ ਵਾਰ ਅਸੀਂ ਹੁਕਮਨਾਮਾ ਆਰੰਭ ਕਰਦੇ ਹਾਂ, ਕਈ ਵਾਰ ਸੰਗਤ ਉੱਠ ਕੇ ਤੁਰ ਪੈਂਦੀ ਹੈ। ਹੁਕਮਨਾਮੇ ਨੂੰ 5 ਜਾਂ 4 ਮਿੰਟ ਲੱਗਦੇ ਨੇ, ਜੋ ਬਰਬਾਦ ਹੁੰਦਾ ਹੋ ਜਾਏ। ਗੁਰੂ ਸਾਹਿਬ ਹੁਕਮ ਕਰਨ ਲੱਗੇ ਨੇ, ਹੁਕਮਨਾਮਾ ਸੁਣ ਕੇ ਜਾਣਾ ਚਾਹੀਦਾ। ਹਾਂ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਉਹ ਪਹਿਲਾਂ ਉੱਠ ਕੇ ਜਾ ਸਕਦਾ, ਜਾਂ ਬਹੁਤ ਜ਼ਿਆਦਾ ਕੋਈ ਚੀਜ਼ ਦੀ ਜ਼ਰੂਰਤ ਹੈ, ਕੋਈ ਪਤਾ ਨਹੀਂ ਜਿਹੜੀ ਨਾ ਬਰਦਾਸ਼ਤ ਕਰਨ ਵਾਲੀ ਹੋਵੇ, ਕੋਈ ਇੱਦਾਂ ਦੀ ਹੋਵੇ, ਮੈਂ ਤਾਂ ਕਹਿੰਦਾ ਉਹ ਵੀ ਨਹੀਂ ਹੋਣੀ ਚਾਹੀਦੀ। ਗੁਰੂ ਦਾ ਹੁਕਮ 2-4 ਮਿੰਟ ਦੇ ਵਿੱਚ ਸੁਣ ਕੇ ਜ਼ਰੂਰ ਸਾਨੂੰ ਜਾਣਾ ਚਾਹੀਦਾ। ਬਾਕੀ ਜਿਹੜਾ ਦੀਵਾਨ ਚੱਲਦਾ ਉਹਦੇ ਵਿੱਚੋਂ ਜਦੋਂ ਕਿਸੇ ਨੂੰ ਦਿਲ ਕਰਦਾ ਉੱਠ ਕੇ ਜਾ ਸਕਦਾ, ਠੀਕ ਹੈ ਜੀ। ਉਹ ਵੀ ਜਦੋਂ ਕੋਈ ਪ੍ਰਮਾਣ ਮਤਲਬ ਪੂਰਾ ਹੋ ਜਾਏ ਨਾ, ਉਹ ਸੁਣ ਕੇ, ਉਹ ਚੀਜ਼ ਸੁਣ ਕੇ ਵੀ ਹਾਂ ਇੱਥੇ ਹੁਣ ਅਗਲੀ ਚੀਜ਼ ਸ਼ੁਰੂ ਹੋ ਰਹੀ ਹੈ ਅਤੇ ਮੈਂ ਹੁਣ ਉੱਠ ਕੇ ਜਾਵਾਂ, ਮਤਲਬ ਵਿੱਚੋਂ ਉੱਠ ਕੇ ਨਹੀਂ ਜਾਣਾ। ਕੋਈ ਅੱਧਾ ਕੁ ਹੁਕਮਨਾਮਾ ਲਿਆ ਹੁੰਦਾ, ਮੈਂ ਕਈ ਦੇਖੇ ਨੇ ਉਹ ਅੱਧੇ ਹੁਕਮਨਾਮੇ ਦੇ ਵਿੱਚੋਂ ਹੀ ਉੱਠ ਕੇ ਚਲੇ ਜਾਂਦੇ ਨੇ। ਫਿਰ ਕੋਈ ਗੱਲ ਨਹੀਂ, ਉਸ ਨੂੰ ਅਸੀਂ ਗਲਤ ਨਹੀਂ ਕਹਿੰਦੇ ਕਿਉਂਕਿ ਉਹਨੂੰ ਇਹ ਚੀਜ਼ ਦਾ ਵਿਚਾਰੇ ਨੂੰ ਪਤਾ ਨਹੀਂ। ਇਸ ਕਰਕੇ ਮੈਂ ਕਹਿੰਦਾ ਵੀ ਰਹਿਤ ਮਰਿਆਦਾ ਜਿਹੜੀ ਪੜ੍ਹਨੀ ਅਤੇ ਸਾਨੂੰ ਸੁਣਾਉਣ ਦੀ ਬਹੁਤ ਜ਼ਰੂਰਤ ਹੈ ਵੀ ਆਪਾਂ ਕਿਵੇਂ ਕੀਰਤਨ ਦੇ ਦੌਰਾਨ ਕਿਵੇਂ ਬਹਿਣਾ, ਜਦੋਂ ਪਾਠੀ ਪਾਠ ਕਰਦਾ ਉਸ ਦੌਰਾਨ ਉੱਥੇ ਕੀ ਕਰਨਾ, ਉੱਥੇ ਕਿਹੜੀ ਚੀਜ਼ ਛਕਣੀ ਹੈ, ਕਿਹੜੀ ਚੀਜ਼ ਨਹੀਂ ਛਕਣੀ ਹੈ, ਕਿਹੜੀ ਚੀਜ਼ ਅੰਦਰ ਛਕਣੀ ਹੈ, ਕਿਹੜੀ ਚੀਜ਼ ਬਾਹਰ ਛਕਣੀ ਹੈ, ਕਿਹੜੀ ਉੱਥੇ ਗੱਲ ਕਰਨੀ ਹੈ, ਕਿਹੜੀ ਗੱਲ ਨਹੀਂ ਕਰਨੀ ਹੈ। ਕੋਈ ਬਾਣੀ ਪੜ੍ਹਦਾ ਉਹਦੇ ਨਾਲ ਅਸੀਂ ਉੱਚੀ ਬੋਲਣਾ ਕਿ ਨਹੀਂ ਬੋਲਣਾ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ। ਜਿਵੇਂ ਸ਼ੁਰੂ 'ਚ ਬੇਨਤੀ ਕਰ ਚੁੱਕਾ ਹੈ ਨਾ ਵੀ ਆਪਾਂ ਕਈ ਵਾਰ ਹੁਕਮਨਾਮਾ ਲੈਂਦੇ ਹੁੰਦੇ, ਆਪਾਂ ਪੜ੍ਹਿਆ ਹੀ ਨਹੀਂ ਹੁੰਦਾ ਅਤੇ ਅਗਲਾ 2 ਲਾਈਨਾਂ ਪਹਿਲਾਂ ਹੀ ਪੜ੍ਹ ਜਾਂਦਾ। ਇਹ ਜਿਹੜੀ ਇਹ ਮਰਿਆਦਾ ਵਿੱਚ ਨਹੀਂ ਹੈ, ਨਹੀਂ ਸਾਨੂੰ ਪਤਾ, ਕੋਈ ਗੱਲ ਨਹੀਂ। ਇਸ ਕਰਕੇ ਜਿਹੜਾ ਬੋਲਣ ਵਾਲਾ ਹੁੰਦਾ ਹੈ ਉਹਨੂੰ ਭੁਲੇਖਾ ਲੱਗ ਸਕਦਾ ਅਤੇ ਨਾਲੇ ਉਹ ਚੀਜ਼ ਜਿਹੜੀ ਹੈ ਬਾਣੀ ਦੇ ਕੰਠ ਬੜੀ ਗੁਰੂ ਦੀ ਕਿਰਪਾ। ਇਸ ਕਰਕੇ ਜਦੋਂ ਵੀ ਕੋਈ ਵੀ ਵਕਤਾ ਕਿਧਰੇ ਪੜ੍ਹਦਾ ਹੁੰਦਾ, ਜਦੋਂ ਤੱਕ ਉਹ ਚੀਜ਼ ਨਾ ਆਵੇ ਇਕੱਠੀ ਪੜ੍ਹਨ ਵਾਲੀ, ਉਦੋਂ ਤੱਕ ਨਾਲ ਨਾ ਬੋਲਿਆ ਜਾਵੇ। ਮਰਿਆਦਾ ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ,
तेरा कीता जातो नाही। ਇਹਦੇ ਵਿੱਚ ਪੜ੍ਹਨਾ ਜਾਂ ਭੋਗ ਦੇ ਸ਼ਲੋਕ ਲੱਗਦੇ ਨੌਵੇਂ ਪਾਤਸ਼ਾਹ ਜੀ ਦੇ ਗੁਣ ਗੋਬਿੰਦ ਗਾਏ ਨਹੀਂ, ਉੱਥੇ ਪੜ੍ਹਨਾ। ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ ਇਹ ਚੀਜ਼ਾਂ ਸਾਨੂੰ ਨਹੀਂ ਪਤਾ, ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ। ਉਹ ਕਈ ਵਾਰ ਮੈਂ ਰਹਿਰਾਸ ਕਰਦਾ ਹੁੰਦਾ, ਉਹ ਵਿੱਚ ਹੀ ਬੋਲੀ ਜਾਂਦੇ, ਮੈਂ ਕਈ ਵਾਰ ਅੱਗੇ ਪਿੱਛੇ ਹੋ ਜਾਂਦਾ। ਉਹ ਫਿਰ ਮੈਂ ਬੇਨਤੀ ਕੀਤੀ, ਮੈਂ ਕਿਹਾ ਮੇਰੇ ਵੀਰ ਮੇਰੇ ਭਾਈ ਨਾਲ ਨਾ ਬੋਲੋ, ਅੱਗੇ ਨਾ ਬੋਲੋ। ਉਹ ਇੱਦਾਂ ਲੱਗ ਜਾਂਦਾ ਵੀ ਖਰੇ ਅਸੀਂ ਬੋਲ ਦਿੱਤਾ, ਉਹ ਤੋਂ ਅਗਲੀ ਮਤਲਬ ਪੰਕਤੀ ਪੜ੍ਹ ਲੈਂਦੇ, ਇੱਦਾਂ ਭੁਲੇਖਾ ਲੱਗ ਜਾਂਦਾ। ਇਹ ਸਾਰੀ ਮਰਿਆਦਾ, ਇਹ ਚੀਜ਼ ਮੈਨੂੰ ਸ੍ਰੀ ਦਰਬਾਰ ਸਾਹਿਬ ਕਿਸੇ ਨੇ ਟੋਕਿਆ ਬੋਲਦੇ ਨੂੰ, ਮੈਂ ਤਾਂ ਤੁਹਾਡੇ ਨਾਲ ਸਾਰੀ ਕਹਿੰਦੇ ਚੁੱਪ, ਅੱਗੇ ਨਹੀਂ ਬੋਲਣਾ। ਬਾਕੀ ਸਹੀ ਗੱਲ ਹੈ ਉਹਨਾਂ ਦੀ, ਪਾਪਾ ਸਾਨੂੰ ਪਤਾ ਲੱਗ ਗਿਆ। ਅਤੇ ਬਾਕੀ ਇਹ ਮਰਿਆਦਾ ਹੈ। ਅਤੇ ਤੁਸੀਂ ਕਿਤੇ ਦਰਬਾਰ ਸਾਹਿਬ ਦੇਖਣਾ, ਜਿੱਥੇ ਅੰਦਰ ਰਹਿਰਾਸ ਸਾਹਿਬ ਹੁੰਦੀ ਹੈ, ਕੁਝ ਵੀ ਹੁੰਦਾ, ਉੱਥੇ ਕਦੀ ਵੀ ਅੱਗੇ ਕੋਈ ਵੀ ਨਹੀਂ ਬੋਲੇਗਾ। ਸਿੰਘ ਸਾਹਿਬ ਰਹਿਰਾਸ ਸਾਹਿਬ ਕਰਦੇ ਹੋ, ਅਗਲੀ ਪੰਕਤੀ ਕਦੇ ਵੀ ਕੋਈ ਨਹੀਂ ਬੋਲੇਗਾ। ਇਹ ਤੁਸੀਂ ਪ੍ਰਤੱਖ ਦੇਖ ਲੈਣਾ, ਉੱਥੇ 10 ਮਿੰਟ ਬਹਿ ਕੇ ਦੇਖਿਓ, ਫਿਰ ਮੇਰੇ ਨਾਲ ਗੱਲ ਕਰਿਓ ਵੀ ਭਾਈ ਸਾਹਿਬ ਠੀਕ ਕਹਿ ਰਹੇ ਨੇ ਕਿ ਨਹੀਂ। ਇਹ ਚੀਜ਼ਾਂ ਸਾਰੀਆਂ ਮਰਿਆਦਾ ਵਾਲੀਆਂ ਨੇ, ਅਤੇ ਇਹ ਚੀਜ਼ਾਂ ਫਿਰ ਸਾਨੂੰ ਸਿੱਖਣ ਦੀ ਬਹੁਤ ਜ਼ਰੂਰਤ ਹੈ। ਜਿਹਨੂੰ ਨਹੀਂ ਪਤਾ ਵੀ ਉਹਨਾਂ ਨੂੰ ਇਹ ਚੀਜ਼ਾਂ ਪੜ੍ਹ ਲੈਣੀਆਂ ਚਾਹੀਦੀਆਂ, ਮੰਨ ਲੈਣੀਆਂ ਚਾਹੀਦੀਆਂ। ਆਖਰੀ ਬੇਨਤੀ ਮੈਂ ਕਰ ਰਿਹਾ ਸੀ, ਗੁਰੂ ਸਾਹਿਬ ਜੀ ਕਹਿੰਦੇ ਸਮਰੱਥ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਹੋ ਇਹ। ਹੇ ਮੇਰੇ ਮਾਲਕ, ਪਵਿੱਤਰ ਸਰੂਪ ਅਕਥ ਔਰ ਸਭ ਤਾਕਤਾਂ ਦੇ ਮਾਲਕ, ਮੇਰੀ ਇਹ ਅਰਦਾਸ ਸੁਣ ਕੀ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲਿਓ। ਨਾਨਕ ਤੇਰੇ ਚਰਨਾਂ ਵਿੱਚ ਹੱਥ ਜੋੜ ਕੇ ਦਾਨ ਮੰਗਦਾ, ਤੇਰੇ ਹੱਥ ਤੇਰੇ ਚਰਨਾਂ ਦੇ ਵਿੱਚ ਤੇਰੇ ਅੱਗੇ ਆ ਕੇ ਅਰਦਾਸ ਕਰਦਾ। ਜੋ ਅਸੀਂ ਸ਼ੁਰੂ ਦੇ ਵਿੱਚ ਅਰਦਾਸ ਬਾਰੇ ਸਾਰਾ ਕੁਝ ਸੁਣਿਆ, ਅੱਜ ਮਰਿਆਦਾ ਬਾਰੇ ਹੀ ਮਹਾਰਾਜ ਜੀ ਨੇ ਦੱਸਿਆ, ਕਿਉਂਕਿ ਸ਼ਬਦ ਹੀ ਇੱਦਾਂ ਦਾ ਆਇਆ। ਅਤੇ ਮਹਾਰਾਜ ਜੀ ਕਹਿੰਦੇ ਮੈਂ ਤੇਰੇ ਚਰਨਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਕੇ ਦਾਨ ਮੰਗਦਾ, ਐਸੀ ਮਿਹਰ ਕਰ। ਮਹਾਰਾਜ ਜੀ ਕਹਿੰਦੇ ਨੇ ਜਨਮ ਮਰਨ ਨਿਵਾਰ ਲਿਓ, ਮਤਲਬ ਦੂਰ ਕਰਦੇ ਕੱਟ ਦੇ, ਸਾਡਾ ਜੰਮਣਾ ਅਤੇ ਮਰਨਾ ਨਿਵਾਰ ਦਿਓ, ਸਾਨੂੰ ਮੁਕਤ ਕਰ ਦੇਵੋ, ਸਾਨੂੰ ਮੁਕਤ ਕਰ ਦਿਓ, ਸਾਡਾ ਜਨਮ ਮਰਨ ਕੱਟ ਦਿਓ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ, ਜੋ ਮਹਾਰਾਜ ਜੀ ਨੇ ਬੜੀ ਕਿਰਪਾ ਮਿਹਰ ਦਇਆ ਕਰਕੇ ਸੇਵਾ ਲਈ ਹੈ। ਸਾਨੂੰ ਮਰਿਆਦਾ ਬਾਰੇ ਅਰਦਾਸ ਬਾਰੇ ਮਹਾਰਾਜ ਜੀ ਨੇ ਦੱਸਿਆ ਇਸ ਸ਼ਬਦ ਦੇ ਵਿੱਚ। ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ। ਸਭ ਨੂੰ ਮਹਾਰਾਜ ਜੀ ਸੋਝੀ ਦੇਣ, ਸਰਬੱਤ ਦਾ ਭਲਾ ਕਰਨ, ਸਭ ਦੇ ਬੱਚਿਆਂ ਨੂੰ ਖੁਸ਼ੀਆਂ ਤਰੱਕੀਆਂ, ਕਾਰੋਬਾਰ ਕਾਮਯਾਬੀਆਂ, ਹਰ ਮੈਦਾਨ ਫਤਿਹ ਕਰਨ। ਮਹਾਰਾਜ ਜੀ ਸਾਡੇ ਅਪਰਾਧ ਪਾਪ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।